ਸ਼ੇਰੇ ਪੰਜਾਬ AM 600 ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂ ਸ਼ੋ। ਅੱਜ ਦੇ ਇਸ ਸ਼ੋਅ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਜੀ ਆਇਆਂ ਨੂੰ ਕਹਿੰਦੀ ਹਾਂ। ਕੁਝ ਕੁ ਦਿਨ ਪਹਿਲਾਂ ਮੈਂ ਬਰਮਿੰਘਮ ਤੋਂ ਗੱਲ ਕੀਤੀ ਸੀ, ਸ਼ਾਇਦ ਤੁਹਾਨੂੰ ਯਾਦ ਹੋਏਗਾ, ਰਿੰਕਲ ਸ਼ੇਰਗਿੱਲ ਹੋਣਾ ਦੇ ਨਾਲ। ਉਸ ਦਿਨ ਜਦੋਂ ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀ ਅਤੇ ਮੈਂ ਕੁਝ ਗੱਲਾਂ ਕੀਤੀਆਂ ਕਿ ਜਦੋਂ ਅਸੀਂ ਜਿਸ ਮੁਲਕ ਦੇ ਵਿੱਚ ਜੰਮੇ ਪਲੇ ਹੁੰਦੇ ਹਾਂ, ਵੱਡੇ ਹੋਏ ਹੁੰਦੇ ਹਾਂ, ਪੜ੍ਹੇ ਹੁੰਦੇ ਹਾਂ ਅਤੇ ਕਈ ਵਾਰ ਉੱਥੇ ਅਸੀਂ ਵਧੀਆ ਪੋਜੀਸ਼ਨਸ 'ਤੇ ਕੰਮ ਵੀ ਕਰਦੇ ਆਏ ਹੁੰਦੇ ਹਾਂ, ਉਸ ਵੇਲੇ ਦੂਸਰੇ ਮੁਲਕ ਦੇ ਵਿੱਚ ਪੱਕੇ ਤੌਰ 'ਤੇ ਆ ਕੇ ਵਸ ਜਾਣਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਚੁਣੌਤੀ ਹੁੰਦੀ ਹੈ। ਅਤੇ ਜਦੋਂ ਇਸ ਤਰ੍ਹਾਂ ਹੁੰਦਾ, ਅਕਸਰ ਇਹ ਵੀ ਆਪਾਂ ਮਹਿਸੂਸ ਕਰਦੇ ਹਾਂ ਕਿ ਜਦੋਂ ਇੱਕ ਬੂਟੇ ਨੂੰ ਪੱਟ ਕੇ ਆਪਾਂ ਦੂਸਰੀ ਥਾਂ 'ਤੇ ਲਾਉਂਦੇ ਹਾਂ ਤਾਂ ਬੂਟਾ ਆਸਾਨੀ ਦੇ ਨਾਲ ਵੱਧਦਾ ਫੁੱਲਦਾ, ਵੱਡਾ ਹੁੰਦਾ ਹੈ, ਫਲਦਾਰ ਬੂਟਾ ਬਣਦਾ ਹੈ। ਪਰ ਜਦੋਂ ਇੱਕ ਬਣੇ ਬਣਾਏ ਦਰੱਖਤ ਨੂੰ ਆਪਾਂ ਪੱਟ ਕੇ ਦੂਜੀ ਥਾਂ 'ਤੇ ਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਬਹੁਤ ਜ਼ਿਆਦਾ ਉਸ ਦਰੱਖਤ ਦੇ ਲਈ ਔਖਿਆਈ ਹੋਏਗੀ। ਪਰ ਸਾਡੇ ਵਿੱਚੋਂ ਬਹੁਤ ਸਾਰੇ ਇਮੀਗਰੈਂਟਸ ਨੇ ਜਿਹੜੇ ਬਣੇ ਬਣਾਏ ਦਰੱਖਤ ਉੱਥੋਂ ਆਏ ਨੇ, ਉਹਨਾਂ ਨੇ ਆਪਣੀਆਂ ਜੜ੍ਹਾਂ ਪੁੱਟ ਕੇ ਇਸ ਮੁਲਕ ਦੇ ਵਿੱਚ ਲਾਈਆਂ ਨੇ। ਉਹਨਾਂ ਦੀਆਂ ਕੀ ਚੁਣੌਤੀਆਂ ਨੇ, ਉਹਨਾਂ ਨੇ ਕੀ ਕਾਮਯਾਬੀਆਂ ਹਾਸਲ ਕੀਤੀਆਂ ਨੇ, ਅੱਜ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਇਸੇ ਲੜੀ ਦੇ ਤਹਿਤ ਆਪਣੇ ਨਾਲ ਮੈਂ ਸ਼ਾਮਿਲ ਕਰਨ ਜਾ ਰਹੀ ਹਾਂ ਕੈਲਗਰੀ ਤੋਂ ਗੁਰਚਰਨ ਕੌਰ ਥਿੰਦ ਹੋਣਾ ਨੂੰ। ਇਹਨਾਂ ਬਾਰੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਇਹ ਗਵਰਨਮੈਂਟ ਕਾਲਜ ਅੰਮ੍ਰਿਤਸਰ ਤੋਂ ਇਹਨਾਂ ਨੇ ਆਪਣੀ ਸਾਇੰਸ ਦੇ ਵਿੱਚ ਗ੍ਰੈਜੂਏਸ਼ਨ ਕੀਤੀ, BEd ਕੀਤੀ ਅਤੇ ਇੰਟਰਸਟਿੰਗਲੀ ਜਿਹੜੀ MA ਸੀ ਇਹਨਾਂ ਨੇ ਉਹ ਇੰਗਲਿਸ਼ ਦੇ ਵਿੱਚ ਕੀਤੀ। 15 ਸਾਲ ਸਾਇੰਸ ਦੇ ਟੀਚਰ ਰਹੇ ਅਤੇ ਉਸ ਤੋਂ ਬਾਅਦ 20 ਸਾਲ ਅੰਗਰੇਜ਼ੀ ਵੀ ਪੜ੍ਹਾਉਂਦੇ ਰਹੇ। ਫਿਰ ਜਦੋਂ ਕੈਲਗਰੀ ਦੇ ਵਿੱਚ ਆ ਕੇ ਵਸ ਗਏ, ਇੱਥੇ ਆ ਕੇ ਵੱਖ-ਵੱਖ ਜੌਬਸ ਕੀਤੀਆਂ ਅਤੇ ਇੱਕ ਨਵੇਂ ਫੀਲਡ ਦੇ ਵਿੱਚ ਯਾਨੀ ਮੀਡੀਆ ਦੇ ਵਿੱਚ ਇਹਨਾਂ ਨੇ ਆਪਣਾ ਨਾਮ ਬਣਾਇਆ ਹੈ। ਮੀਡੀਆ ਦੇ ਵਿੱਚ ਇਹ TV ਪ੍ਰੋਗਰਾਮ ਕਰ ਰਹੇ ਨੇ। ਪੰਜਾਬ ਨੈਸ਼ਨਲ TV 'ਤੇ ਗੱਲਬਾਤ ਨਾਮ ਦਾ ਪ੍ਰੋਗਰਾਮ ਇਹਨਾਂ ਵੱਲੋਂ ਪ੍ਰਸਾਰਿਤ ਕੀਤਾ ਜਾਂਦਾ ਅਤੇ ਜਿਹੜੀ ਚੀਜ਼ ਇੱਕ ਹੋਰ ਬਹੁਤ ਇੰਪੋਰਟੈਂਟ ਹੈ ਕਿ ਇਹਨਾਂ ਨੇ ਬਹੁਤ ਕੁਝ ਲਿਖਿਆ ਹੈ। 4 ਇਹਨਾਂ ਦੇ ਨਾਵਲ ਆਏ ਨੇ, 4 ਕਹਾਣੀਆਂ ਦੀਆਂ ਕਿਤਾਬਾਂ ਆਈਆਂ ਨੇ। ਇਹਨਾਂ ਦੇ ਵਿੱਚ 2 ਸਾਇੰਸ ਫਿਕਸ਼ਨ 'ਤੇ ਆਧਾਰਿਤ ਵੀ ਨਾਵਲਸ ਨੇ। ਸੋ ਬੜੀ ਇੰਟਰਸਟਿੰਗ ਗੱਲਬਾਤ ਹੋਣ ਜਾ ਰਹੀ ਹੈ ਗੱਲਬਾਤ ਪ੍ਰੋਗਰਾਮ ਦੇ ਹੋਸਟ ਗੁਰਚਰਨ ਥਿੰਦ ਹੋਣਾ ਦੇ ਨਾਲ। ਅੱਜ ਇਸ ਪ੍ਰੋਗਰਾਮ ਦੇ ਵਿੱਚ ਗੁਰਚਰਨ ਜੀ, ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੀ ਹਾਂ, ਸਵਾਗਤ ਹੈ। ਸ਼ੁਕਰੀਆ ਨਵਜੋਤ, ਬਹੁਤ ਬਹੁਤ ਸ਼ੁਕਰੀਆ ਮੇਰੀ ਗੱਲਬਾਤ ਨੂੰ ਆਪਣੀ ਗੱਲਬਾਤ ਦੇ ਨਾਲ ਰਲਾਉਣ ਵਾਸਤੇ ਤੇ ਮੇਰੇ ਵੱਲੋਂ ਸਾਂਝ ਪਾਉਣ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਸ਼ੇਰੇ ਪੰਜਾਬ TV ਦਾ, ਰੇਡੀਓ ਦਾ ਵੀ। ਸੌਰੀ ਜੀ ਗੁਰਚਰਨ ਜੀ, ਇੱਥੋਂ ਹੀ ਮੈਂ ਸ਼ੁਰੂਆਤ ਕਰਨਾ ਚਾਹੁੰਦੀ ਹਾਂ। ਮੈਂ ਕੁਝ ਕੰਟਰਾਸਟ ਦੇਖ ਰਹੀ ਹਾਂ ਜਦੋਂ ਮੈਂ ਦੇਖ ਰਹੀ ਹਾਂ ਕਿ ਤੁਸੀਂ ਪਹਿਲਾਂ ਸਾਇੰਸ ਪੜ੍ਹਨੀ ਸ਼ੁਰੂ ਕੀਤੀ, ਫਿਰ ਤੁਸੀਂ ਲਿਟਰੇਚਰ ਵੱਲ ਨੂੰ ਤੁਹਾਡਾ ਝੁਕਾਅ ਹੋ ਗਿਆ, ਤੁਸੀਂ ਅੰਗਰੇਜ਼ੀ ਪੜ੍ਹਨੀ ਸ਼ੁਰੂ ਕੀਤੀ, ਫਿਰ ਤੁਸੀਂ ਪੰਜਾਬੀ ਦੇ ਵਿੱਚ ਲਿਖਣਾ ਸ਼ੁਰੂ ਕੀਤਾ। ਲਿਖਣ ਦੇ ਨਾਲ ਨਾਲ ਲਿਖਣ ਦੇ ਵਿੱਚ ਉਹ ਚੀਜ਼ਾਂ ਸ਼ਾਮਿਲ ਕੀਤੀਆਂ ਜਿਹੜੀਆਂ ਤੁਸੀਂ ਸਾਇੰਸ ਦੇ ਵਿੱਚ ਵੀ ਪੜ੍ਹੀਆਂ ਸੀ। ਜੇ ਅੱਜ ਗੁਰਚਰਨ ਥਿੰਦ ਆਪਣੇ ਆਪ ਨੂੰ ਡਿਫਾਈਨ ਕਰਨਾ ਚਾਹੁੰਦੇ ਆ, ਉਹਨਾਂ ਨੇ ਵੱਖ-ਵੱਖ ਰੋਲ ਪਲੇ ਕੀਤੇ ਨੇ। ਗੁਰਚਰਨ ਥਿੰਦ ਇੱਕ ਔਰਤ ਹੋਣ ਦੇ ਨਾਤੇ, ਇੱਕ ਪਤਨੀ, ਇੱਕ ਮਾਂ, ਇੱਕ ਅਧਿਆਪਕ ਅਤੇ ਅੱਜ ਕੱਲ੍ਹ ਇੱਕ ਬ੍ਰੌਡਕਾਸਟਰ ਦੇ ਰੋਲ ਨੂੰ ਵੀ ਨਿਭਾ ਰਹੀ ਹੈ। ਸਭ ਤੋਂ ਜ਼ਿਆਦਾ ਜਿਹੜਾ ਤੁਸੀਂ ਰੋਲ ਆਪਣਾ ਪਸੰਦ ਕਰਦੇ ਹੋ ਜਾਂ ਜਿਸ ਰੋਲ ਦੇ ਤੌਰ 'ਤੇ ਪਹਿਚਾਣੇ ਜਾਣਾ ਚਾਹੁੰਦੇ ਹੋ, ਉਹ ਕਿਹੜਾ ਰੋਲ ਹੈ? ਨਵਜੋਤ, ਅਗਰ ਮੈਂ ਆਪਣੇ ਜ਼ਿੰਦਗੀ ਦੇ ਵੱਖ-ਵੱਖ ਰੋਲਾਂ ਦੀ ਗੱਲ ਕਰਾਂ ਤਾਂ ਮੈਨੂੰ ਲੱਗਦਾ ਹੈ ਕਿ ਹਰ ਵਿਅਕਤੀ ਜਿਹੜਾ ਨਾ ਉਹ ਜ਼ਿੰਦਗੀ ਦੇ ਵਿੱਚ ਵੱਖ-ਵੱਖ ਰੋਲ ਨਿਭਾਉਂਦਾ ਹੈ। ਇੱਕ ਸਮਾਂ ਹੁੰਦਾ ਹੈ ਜਦੋਂ ਅਸੀਂ ਕਿਸੇ ਬਾਪ ਦੀ ਧੀ ਹੁੰਦੇ ਹਾਂ, ਜੀ, ਮਾਂ ਦੀ ਧੀ ਹੁੰਦੇ ਹਾਂ, ਫਿਰ ਉਹੀ ਧੀ ਜਿਹੜੀ ਹੈ ਉਹ ਜਾ ਕੇ ਸਹੁਰੇ ਨੂੰਹ ਬਣ ਜਾਂਦੀ ਹੈ ਤੇ ਫਿਰ ਉਹ ਬੱਚਿਆਂ ਦੀ ਮਾਂ ਬਣ ਜਾਂਦੀ ਹੈ। ਇਹਦੇ ਨਾਲ ਨਾਲ ਹੀ ਮੈਨੂੰ ਇਹ ਦੱਸਦਿਆਂ ਖੁਸ਼ੀ ਹੈ ਕਿ ਮੈਨੂੰ ਉਹ ਐਜੂਕੇਸ਼ਨ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਜਿਹੜਾ ਕਿ ਪਿੰਡਾਂ ਦੇ ਵਿੱਚ ਅਕਸਰ ਕੁੜੀਆਂ ਨੂੰ ਨਹੀਂ ਮਿਲਦਾ। ਮੈਨੂੰ ਮੇਰੇ ਬਾਪ ਨੇ 10ਵੀਂ ਤੋਂ ਬਾਅਦ ਕਾਲਜ ਦਾਖਲ ਕਰਾ ਦਿੱਤਾ ਤੇ ਸੱਚ ਜਾਣੋ ਮੈਨੂੰ ਨਹੀਂ ਪਤਾ ਸੀ ਕਿ ਮੈਂ ਸਾਇੰਸ ਲੈਣੀ ਹੈ। ਮੈਨੂੰ ਕਹਿੰਦੇ ਵੀ ਤੂੰ ਮੈਡੀਕਲ ਲੈਣਾ ਹੈ। ਅੱਛਾ, ਮੈਂ ਕਿਹਾ ਜੀ ਓਕੇ। ਸੋ ਇਹ ਕੋਈ ਮੇਰੀ ਆਪਣੀ ਚੁਆਇਸ ਨਹੀਂ ਸੀ। ਮੈਂ ਇਹ ਆਪਣਾ ਦੱਸ ਦੇਵਾਂ ਕਿ ਮੇਰੀ ਇਸ ਵੇਲੇ ਜੇ ਮੈਂ ਗੱਲ ਕਰਦੀ ਹਾਂ ਆਪਣੀ ਐਜੂਕੇਸ਼ਨ ਦੀ ਤੇ ਕਰੀਬ 50 ਨਹੀਂ ਬਲਕਿ 60 ਸਾਲ ਪਹਿਲਾਂ ਦੀ ਉਹੀ ਗੱਲ ਹੈ, 50-55 ਸਾਲ ਪਹਿਲਾਂ ਦੀ, ਕਿ ਜਦੋਂ ਮੈਨੂੰ ਬਿਲਕੁਲ ਹੀ ਨਹੀਂ ਪਤਾ ਸੀ ਕਿ ਮੈਂ ਕੀ ਸਬਜੈਕਟ ਲੈਣੇ। ਤੇ ਇਸ ਤੋਂ ਪਹਿਲਾਂ ਵੀ ਇੱਕ ਇੰਟਰਸਟਿੰਗ ਗੱਲ ਮੈਂ ਨਵਜੋਤ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ। ਜ਼ਰੂਰ। ਮੈਂ 8ਵੀਂ ਤੱਕ ਜਿਹੜੀ ਸਾਡੀ ਪੜ੍ਹਾਈ ਸੀ ਗਰਲ ਸਕੂਲ ਦੇ ਵਿੱਚ, ਤੇ ਸਾਨੂੰ ਅਰਿਥਮੈਟਿਕ ਹੀ ਪੜ੍ਹਾਇਆ ਜਾਂਦਾ ਸੀਗਾ। ਅਲਜਬਰਾ ਜਮੈਟਰੀ ਨਹੀਂ ਪੜ੍ਹਾਇਆ ਜਾਂਦਾ ਸੀ। ਕੁੜੀਆਂ ਨੂੰ ਕਹਿੰਦੇ ਸੀ ਕਿ ਕੁੜੀਆਂ ਜਿਹੜੀਆਂ ਉਹਨਾਂ ਦਾ ਦਿਮਾਗ ਇਹਦੇ 'ਚ ਨਹੀਂ ਚੱਲਦਾ।
ਅੱਛਾ। 9th ਵਿੱਚ ਮੇਰੇ ਫਾਦਰ ਮੈਨੂੰ ਦਾਖਲ ਕਰਾਉਣ ਗਏ ਹਾਈ ਸਕੂਲ 'ਚ, ਤੇ ਉਹ ਉੱਥੋਂ ਦੇ ਜਾ ਕੇ ਟੀਚਰ ਨੂੰ ਕਹਿੰਦੇ, ਹੈਡਮਾਸਟਰ ਨੂੰ ਕਹਿੰਦੇ, ਜੀ ਮੇਰੀ ਬੇਟੀ ਸਾਇੰਸ ਮੈਥਮੈਟਿਕਸ ਲਾਏਗੀ। ਉਹ ਮੈਥ ਮਾਸਟਰ ਕਹਿੰਦੇ, ਜੀ ਇਹ ਤਾਂ ਹੋ ਹੀ ਨਹੀਂ ਸਕਦਾ, ਸਾਡੇ ਤਾਂ ਮੁੰਡੇ ਨਹੀਂ ਪੜ੍ਹਦੇ, ਇਹ ਕਿੱਥੋਂ ਪੜ੍ਹ ਲਏਗੀ, ਇਹਨੇ ਤਾਂ ਪੜ੍ਹਿਆ ਹੀ ਨਹੀਂ ਪਹਿਲਾਂ। ਮੇਰੇ ਫਾਦਰ ਕਹਿੰਦੇ ਪੜ੍ਹ ਲਏਗੀ, ਬਿਕੋਜ਼ ਹੀ ਵਾਸ ਸੋ ਕੌਨਫੀਡੈਂਟ ਅਬਾਊਟ ਮੀ ਅੱਛਾ। ਕਿ ਇਹ ਕਹਿੰਦੇ ਜੀ ਇਹ ਪੜ੍ਹ ਲਏਗੀ। ਚਲੋ ਜੀ, ਮੈਨੂੰ ਅਲਜਬਰਾ ਜਿਓਮੈਟਰੀ ਲੈ ਦਿੱਤਾ। ਖਰੋ ਬੜੀਆਂ ਇੰਟਰਸਟਿੰਗ ਗੱਲਾਂ ਨੇ ਕਿ 9ਵੀਂ 10ਵੀਂ 'ਚ ਕਿਵੇਂ ਉਹਦੇ ਵਿੱਚੋਂ ਚੱਲੀ, ਪਰ ਮੈਨੂੰ ਇਹ ਦੱਸਦਿਆਂ ਖੁਸ਼ੀ ਹੈ ਕਿ ਮੈਂ ਆਪਣੇ ਸਕੂਲ ਦੇ ਵਿੱਚ ਵੀ ਟੌਪ ਕੀਤਾ, ਤੇ ਨਾਲੇ ਮੈਂ 10ਵੀਂ ਜਮਾਤ ਦੇ ਵਿੱਚ ਗਰਲਸ ਦੇ ਵਿੱਚੋਂ ਵੀ ਮੈਂ ਟੌਪ ਕੀਤਾ, ਤੇ ਮੈਥ ਦੇ ਵਿੱਚੋਂ ਵੀ ਮੇਰੇ 150 ਦੇ ਵਿੱਚੋਂ 142 ਮਾਰਕਸ ਆਏ। ਖੈਰ ਇਹ ਇੱਕ ਪੜਾਅ ਸੀ। ਮੈਨੂੰ ਲੱਗਦਾ ਕਿ ਮੇਰੇ ਫਾਦਰ ਨੇ ਉਂਗਲੀ ਫੜ ਕੇ ਮੈਨੂੰ ਉੱਤੇ ਤੋਰਿਆ, ਤੇ ਜਦੋਂ ਫਿਰ ਕਾਲਜ ਦਾ ਵੇਲਾ ਆਇਆ ਤਾਂ ਕਹਿੰਦੇ, ਜੀ ਤੂੰ ਸਾਇੰਸ ਲੈਣੀ ਹੈ, ਮੈਡੀਕਲ ਲੈਣਾ ਹੈ। ਮੇਰੇ ਫਾਦਰ ਦਾ ਖੁਆਬ ਸੀ ਕਿ ਮੈਂ ਡਾਕਟਰ ਬਣਾ। ਅੱਛਾ। ਤੇ ਮੈਨੂੰ ਬਿਲਕੁਲ ਹੀ ਨਹੀਂ ਪਤਾ ਸੀ ਸਾਇੰਸ ਕੀ ਹੁੰਦੀ ਹੈ, ਕਿਉਂਕਿ 10ਵੀਂ ਵਿੱਚ ਤਾਂ ਸਾਡੇ ਫਿਜ਼ਿਕਸ ਤੇ ਕੈਮਿਸਟਰੀ ਸੀਗੀ, ਬਾਇਓਲੋਜੀ ਤਾਂ ਹੈ ਹੀ ਨਹੀਂ ਸੀ। ਖੈਰ ਉਹਨਾਂ ਥੋੜੀ ਬਹੁਤੀ ਮੈਨੂੰ ਘਰ ਪੜ੍ਹਾ ਦਿੱਤੀ, ਕਿਉਂਕਿ ਮੇਰੇ ਫਾਦਰ ਆਪ ਮੈਡੀਕਲ BSc ਸੀਗੇ। ਖੈਰ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਮੈਂ ਕੀ ਬਣੀ ਤੇ ਕਿਵੇਂ ਬਣੀ, ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਮੇਰੇ ਉਸ ਪਿਤਾ ਜੀ ਦਾ ਹੈ, ਮੇਰੇ ਮਾਤਾ ਜੀ ਦਾ ਹੈ, ਜਿਨ੍ਹਾਂ ਨੇ ਪਿੰਡ ਵਿੱਚ ਰਹਿੰਦਿਆਂ ਵੀ ਮੈਨੂੰ ਹੋਸਟਲ ਦੇ ਵਿੱਚ ਦਾਖਲ ਕਰਾਇਆ ਤੇ ਮੈਂ BSc ਕਰ ਲਈ। ਸੋ ਇਸ ਤਰ੍ਹਾਂ ਨਵਜੋਤ ਜ਼ਿੰਦਗੀ ਦੇ ਵਿੱਚ ਰੋਲ ਜਿਹੜੇ ਨੇ ਨਾ, ਉਹ ਬਦਲਦੇ ਰਹਿੰਦੇ। ਹੁਣ ਜੇ ਮੈਂ ਆਉਣੀ ਆਪਣੇ ਲੇਖਕਾਂ ਦੇ ਰੋਲ ਵੱਲ ਆਉਣੀ ਆ, ਤੇ ਮੈਂ ਕੋਈ ਬੋਰਨ ਰਾਈਟਰ ਨਹੀਂ ਹੈ, ਬਿਲਕੁਲ ਬੋਰਨ ਰਾਈਟਰ ਨਹੀਂ ਹੈ। ਹਾਂ, ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਸੀਗਾ ਸਾਡੇ ਘਰ ਦੇ ਵਿੱਚ, ਕਿਉਂਕਿ ਪੜ੍ਹਨ ਦਾ ਮਾਹੌਲ ਬੜਾ ਸੀ, ਬੁੱਕਸ ਹੁੰਦੀਆਂ ਸੀਗੀਆਂ, ਤੇ ਨਿੱਕੇ ਹੁੰਦੇ ਆ 4ਵੀਂ 5ਵੀਂ ਤੋਂ ਮੈਨੂੰ ਯਾਦ ਹੈ ਕਿ ਮੈਂ ਕੀੜੀ ਵਾਂਗੂ ਪੜ੍ਹਨ ਲੱਗੀ ਰਹਿੰਦੀ ਸਾਂ। ਤੇ ਇਹ ਪੜ੍ਹਨ ਦੇ ਸ਼ੌਕ ਨੇ ਮੈਨੂੰ ਇੰਨਾ ਜ਼ਿਆਦਾ ਕਹਿ ਲਓ ਕਿ ਹੌਲੀ ਹੌਲੀ ਪ੍ਰਭਾਵਿਤ ਕੀਤਾ। ਖੈਰ ਮੈਂ ਹੁਣ ਉਹ ਵੀ ਅਗਲੀ ਵੀ ਗੱਲ ਦੱਸਣ ਲੱਗੀ ਹਾਂ। ਤੁਸੀਂ ਕਿਹਾ ਸੀਗਾ ਕਿ BSc ਮੈਡੀਕਲ ਤੋਂ ਬਾਅਦ MA ਇੰਗਲਿਸ਼ ਕਰ ਲਈ। ਤੁਸੀਂ ਫਿਰ ਹੈਰਾਨ ਹੋਵੋਗੇ ਕਿ ਕਿਹੋ ਜੀ ਇਹ ਇਸ ਵੇਲੇ ਤੇ ਬਜ਼ੁਰਗ ਔਰਤ ਵਰਗੀ ਹੈ, ਪਰ ਉਸ ਵੇਲੇ ਕਿਹੋ ਜਿਹੀ ਸੀ ਕਿ ਜਿਹੜੀ ਆਪਣੇ ਫੈਸਲੇ ਖੁਦ ਨਹੀਂ ਕਰਦੀ ਸੀ। ਮੈਂ ਕਿਹਾ ਵੀ BSc ਤੋਂ ਬਾਅਦ MS ਵੀ ਕਰ ਸਕਦੀ ਸੀ, ਪਰ ਅਸੀਂ 5 ਭੈਣ ਭਰਾ ਸੀਗੇ, ਤੇ ਮੈਨੂੰ ਲੱਗਾ ਕਿ ਆਈ ਸ਼ੁਡ ਹੈਲਪ ਮਾਈ ਫਾਦਰ। ਮੈਨੂੰ ਹੁਣ ਮੈਂ MA ਕਿੱਥੇ ਯੂਨੀਵਰਸਿਟੀ 'ਚ ਦਾਖਲਾ ਲਵਾਂਗੀ, ਤੇ ਮੈਂ ਕਿਹਾ ਮੈਂ B.Ed ਕਰ ਲੈਂਦੀ ਹਾਂ। ਚਲੋ ਮੈਂ B.Ed ਕਰ ਲਈ, ਤਾਂ ਉਸ ਤੋਂ ਬਾਅਦ ਮੈਂ ਕਿਹਾ ਵੀ ਮੈਂ ਨਾ MA ਕਰਨੀ ਹੈ ਪਾਪਾ ਜੀ। ਤਾਂ ਕਹਿੰਦੇ ਕਾਹਦੀ MA ਕਰਨੀ ਹੈ? ਮੈਂ ਕਿਹਾ ਪੰਜਾਬੀ ਦੀ ਕਰ ਲੈਂਦੀ ਹਾਂ। ਕਹਿੰਦੇ ਪੰਜਾਬੀ ਦੀ ਕਾਹਨੂੰ ਕਰਨੀ ਹੈ, ਚੱਜ ਦੀ ਕਰ ਲੈ ਕੋਈ। ਅੱਛਾ। ਤੇ ਮੈਂ ਕਿਹਾ ਵੀ ਫਿਰ ਇਕਨੋਮਿਕਸ ਕਰ ਲੈਂਦੀ ਹਾਂ, ਕਿਉਂਕਿ BSc ਵਾਲੇ ਜਿਹੜੇ ਹੁੰਦੇ ਸਾਇੰਸ ਵਾਲੇ ਸੀ ਨਾ, ਅਸੀਂ ਕਿਸੇ ਵੀ ਫੀਲਡ 'ਚ ਕਰ ਸਕਦੇ ਸੀ ਅਗਰ ਸਾਡੀ ਸੈਕੰਡ ਕਲਾਸ ਹੁੰਦੀ ਸੀ ਤਾਂ। ਕਹਿੰਦੇ ਤੂੰ ਇੰਗਲਿਸ਼ ਦੀ MA ਕਰ ਲੈ। ਸੱਚ ਜਾਣਿਓ, ਬਿਨਾਂ ਕਿਸੇ ਕਿੰਤੂ ਪਰੰਤੂ ਦੇ ਮੈਂ MA ਇੰਗਲਿਸ਼ ਵੱਲ ਨੂੰ ਆ ਗਈ। ਮੈਨੂੰ ਨਹੀਂ ਸੀ ਪਤਾ ਕਿ ਮੈਂ ਕੋਈ ਲਿਟਰੇਚਰ ਰਚਣਾ ਹੈ ਜਾਂ ਮੈਂ ਕੋਈ ਰਾਈਟਰ ਬਣਨਾ ਹੈ, ਤਾਂ ਮੈਂ ਮਾਸਟਰਸ ਕਰ ਲਈ। ਇਹ ਗੱਲ ਸੱਚੀ ਹੈ ਨਵਜੋਤ, ਕਿ ਜਦੋਂ ਮੈਂ ਮਾਸਟਰਸ ਕੀਤੀ ਹੈ ਤਾਂ ਫਿਰ ਮੇਰਾ ਰੁਝਾਨ ਜਿਹੜਾ ਸੀਗਾ ਇੰਗਲਿਸ਼ ਲਿਟਰੇਚਰ ਵੱਲ ਬਹੁਤ ਜ਼ਿਆਦਾ ਹੋਇਆ। ਤੇ ਫਿਰ ਮੈਨੂੰ ਲੱਗਾ ਕਿ ਇੰਗਲਿਸ਼ ਲਿਟਰੇਚਰ ਤੋਂ ਵੀ ਮੈਂ ਬਹੁਤ ਸਿੱਖਿਆ, ਤੇ ਪੜ੍ਹਨ ਦੀ ਜਿਹੜੀ ਮੇਰੀ ਆਦਤ ਹੈ ਉਹਨੇ ਮੈਨੂੰ ਹੌਲੀ ਹੌਲੀ ਕਲਮ ਮੇਰੇ ਹੱਥ 'ਚ ਫੜਾ ਦਿੱਤੀ। ਪਰ ਇਹ ਕਲਮ ਜਿਹੜੀ ਹੈ ਇਹ ਲੋਕਾਂ ਦੇ ਸਾਹਮਣੇ ਉਦੋਂ ਆਈ ਜਦੋਂ ਮੈਂ 45 ਸਾਲ ਦੀ ਉਮਰ ਦੀ ਸੀ। ਜੀ, ਮੈਂ ਜ਼ਰੂਰ ਉਹਦੇ ਬਾਰੇ ਵੀ ਗੱਲ ਕਰਨਾ ਚਾਹੂੰਗੀ। ਹੁਣ ਤੱਕ ਜਿੰਨੀ ਗੱਲਬਾਤ ਹੋਈ ਆ, ਤੁਸੀਂ ਇੱਕ ਸ਼ਖਸੀਅਤ ਨੂੰ ਬੜਾ ਉਭਾਰ ਕੇ ਪੇਸ਼ ਕੀਤਾ, ਗੱਲਬਾਤ ਕੀਤੀ, ਬਾਰ-ਬਾਰ ਆਪਣੇ ਫਾਦਰ ਦੀ ਗੱਲ ਕੀਤੀ ਹੈ। ਥੋੜ੍ਹਾ ਜਿਹਾ ਜੇ ਤੁਸੀਂ ਆਪਣੇ ਫਾਦਰ ਤੇ ਮਦਰ ਬਾਰੇ ਵੀ ਦੱਸ ਸਕੋ, ਤੇ ਆਪਣੀ ਬੈਕਗਰਾਊਂਡ ਬਾਰੇ ਵੀ ਜ਼ਿਕਰ ਕਰ ਸਕੋ। ਸ਼ੋਰ। ਮੈਂ ਨਵਜੋਤ ਚੌਹਾਨ ਪਿੰਡ ਦੀ ਜੰਮਪਲ ਹੈਗੀ ਆ, ਜਿਹੜਾ ਕਿ ਅੰਮ੍ਰਿਤਸਰ ਤੋਂ ਜਲੰਧਰ ਨੂੰ ਜਦੋਂ GT ਰੋਡ ਜਿਹੜੀ ਹੈ ਬਿਲਕੁਲ GT ਰੋਡ ਦੇ ਉੱਪਰ ਸਥਿਤ ਹੈ। ਤੇ ਮੇਰੇ ਫਾਦਰ ਸਰਦਾਰ ਬੜਿਆਮ ਸਿੰਘ ਚੌਹਾਨ ਪਿੰਡ ਦੇ ਵਿੱਚ ਹੀ ਰਹਿਣ ਵਾਲੇ, ਤੇ ਮੇਰੇ ਮਾਤਾ ਜੀ ਸਰਦਾਰਨੀ ਅਜੀਤ ਕੌਰ, ਉਹ ਹਾਊਸ ਵਾਈਫ ਸੀਗੇ। ਤੇ ਮੇਰੇ ਪਿਤਾ ਜੀ ਪਾਕਿਸਤਾਨ ਤੋਂ ਸਾਡੀ ਫੈਮਿਲੀ ਆਈ ਹੈ, ਲੈਲਪੁਰ ਤੋਂ ਨੇੜਿਓ। ਤੇ ਉਹ ਜਦੋਂ 1947 ਦਾ ਉਜਾੜੇ ਕਹਾਂਗੇ, ਉਜਾੜੇ ਪਏ ਨੇ, ਤਾਂ ਉਸ ਵੇਲੇ ਉਹ BSc ਕਰ ਰਹੇ ਸੀਗੇ। ਤਾਂ ਫਿਰ ਉਰੇ ਆ ਕੇ ਚਲੋ ਉਹਨਾਂ ਨੂੰ ਬਹੁਤ ਮੁਸ਼ਕਲਾਂ ਆਈਆਂ ਹੌਲੀ ਹੌਲੀ। ਤੇ ਇੱਕ ਹੋਰ ਵੀ ਬੜੀ ਉੱਥੇ ਕਈ ਹੁੰਦਾ ਨਾ ਪਰਿਵਾਰਾਂ ਦੇ ਵਿੱਚ ਕਈ ਕੁਛ ਵਾਪਰ ਜਾਂਦਾ, ਉਹਨਾਂ 'ਚ ਵੀ ਵਾਪਰਿਆ ਕਿ ਉਸ ਵੇਲੇ ਉਹ ਇੱਕ ਕਹਿ ਲਓ ਕਿ ਇੱਕ ਪੋਸਟ ਦੇ ਉੱਪਰ, ਜਿਹਨੂੰ ਅਸੀਂ DC ਦੇ ਬਰਾਬਰ ਦੀ ਪੋਸਟ ਕਹਿੰਦੇ ਹਾਂ, ਜ਼ਿਲ੍ਹੇਦਾਰ ਦੀ ਪੋਸਟ ਸੀਗੀ, ਉਹਦੇ ਲਈ ਸਿਲੈਕਟ ਹੋਏ ਸੀ। ਪਹਿਲੀ ਇੰਟਰਵਿਊ ਕਲੀਅਰ ਕਰ ਗਿਆ ਸੀ, ਤੇ ਦੂਸਰੀ ਇੰਟਰਵਿਊ ਜਿਹੜੀ ਸੀਗੀ ਉਹ ਸਿਰਫ ਉਹਨਾਂ ਦੀ ਰਹਿ ਗਈ ਸੀ। ਤੇ ਪਰ ਉਹ ਵੇਖੋ ਕਿ ਟ੍ਰੈਜਡੀ ਇੰਨੀ ਹੈ ਕਿ ਉਰੇ ਆ ਕੇ ਉਹਨਾਂ ਨੂੰ ਨੌਕਰੀ ਵਾਸਤੇ ਧੱਕੇ ਖਾਣੇ ਪਏ, ਕਦੀ ਕਿਤੇ ਕਦੀ ਕਿਤੇ। ਫਿਰ ਆਖਰ ਉਹਨਾਂ ਨੇ BT ਕਰਕੇ ਉਹ ਟੀਚਰ ਲੱਗ ਗਏ। ਤੇ ਉਹਨਾਂ ਦਾ ਟੀਚਰ ਹੋਣਾ ਜਿਹੜਾ ਸੀ ਨਾ, ਉਹ ਸਾਡੇ ਸਾਰੇ ਪਰਿਵਾਰ ਲਈ ਬਹੁਤ ਵੱਡਾ ਵਰਦਾਨ ਸਾਬਤ ਹੋਇਆ ਕਿ ਮੇਰੇ ਤਾਇਆ ਜੀ ਦੇ ਬੱਚੇ ਵੀ ਜਿਹੜੇ ਸੀ ਉਹ ਵੀ ਸਾਰੇ ਪੜ੍ਹ ਗਏ, ਕੋਈ ਕਿਸੇ ਅਹੁਦੇ ਤੇ ਲੱਗ ਗਿਆ, ਕੋਈ ਕਿਤੇ। ਤੇ ਅਸੀਂ 5 ਭੈਣ ਭਰਾ ਆ, ਅਸੀਂ ਸਾਰੇ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਪੋਸਟ ਗ੍ਰੈਜੂਏਟ ਆ, ਤੇ ਵਧੀਆ ਚੰਗੀਆਂ ਪੋਸਟਾਂ ਤੇ। ਸੋ ਮੇਰੇ ਫਾਦਰ ਦਾ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ। ਸੋ ਉਹਨਾਂ ਨੇ ਸਾਇੰਸ ਪੜ੍ਹੀ ਹੋਈ ਸੀ, ਉਹਨਾਂ ਨੇ BSc ਕੀਤੀ ਹੋਈ ਸੀ, ਤੇ ਉਹ ਖ਼ਾਬ ਉਹਨਾਂ ਦਾ ਹਲੇ ਜਿਹੜਾ ਸੀ ਉਹ ਲੱਗਦਾ ਸੀ ਮੁਕੰਮਲ ਨਹੀਂ ਹੋਇਆ, ਤੇ ਉਹਨਾਂ ਨੇ ਤੁਹਾਨੂੰ BSc ਕਰਵਾ ਦਿੱਤੀ। ਪਰ ਤੁਹਾਡਾ ਜਿਹੜਾ ਟਰੈਕ ਸੀ ਉਹ ਚੇਂਜ ਹੋਣਾ ਸੀ।
ਤੁਸੀਂ ਹੌਲੀ-ਹੌਲੀ ਲਿਟਰੇਚਰ ਵੱਲੋਂ ਆ ਗਏ। ਤੁਸੀਂ ਆ ਗਏ। ਇਹ ਗੱਲ ਕੀਤੀ ਆ ਕਿ 45 ਸਾਲ ਦੀ ਉਮਰ ਸੀ ਤੁਹਾਡੀ ਜਿਸ ਵੇਲੇ ਇਹ ਲਿਟਰੇਚਰ ਵਾਲਾ ਪੱਖ ਸਾਹਮਣੇ ਆਇਆ। ਸਭ ਤੋਂ ਪਹਿਲਾਂ ਕੀ ਲਿਖਿਆ? ਜੀ ਜਿਵੇਂ ਮੈਂ ਦੱਸਣੀ ਆ ਕਿ ਪੜ੍ਹਨ ਦਾ ਸ਼ੌਕ ਸੀ ਤੇ ਹੌਲੀ-ਹੌਲੀ ਕਾਲਜ ਆ ਕੇ ਮੈਂ ਅੰਮ੍ਰਿਤਾ ਪ੍ਰੀਤਮ ਨੂੰ ਪੜ੍ਹਿਆ। ਪਹਿਲੋਂ ਤਾਂ ਆਪਾਂ ਛੋਟੇ ਰਾਈਟਰ ਪੜ੍ਹਦੇ ਆ, ਨਾਨਕ ਸਿੰਘ ਨੂੰ ਪੜ੍ਹਿਆ ਜੀ, ਜਸਵੰਤ ਸਿੰਘ ਕੰਵਲ ਪੜ੍ਹੇ, ਹੋਰ ਜੋ ਵੀ ਮਿਲਦਾ ਸੀ ਪੜ੍ਹਨ ਦਾ ਬੜਾ ਸ਼ੌਕ ਸੀ। ਚੰਗੀਆਂ ਮਾੜੀਆਂ ਸਭ ਕਿਤਾਬਾਂ ਮੈਂ ਪੜ੍ਹ ਲੈਂਦੀ ਆ। ਕਈ ਲੋਕੀ ਕਹਿੰਦੇ ਨੇ ਸਾਨੂੰ ਚੰਗਾ ਲਿਟਰੇਚਰ ਪੜ੍ਹਨਾ ਚਾਹੀਦਾ ਹੈ, ਪਰ ਮੇਰੀ ਇਹ ਭਾਵਨਾ ਕਿ ਜੇ ਪੜਾਂਗੇ ਨਹੀਂ ਤੇ ਸਾਨੂੰ ਪਤਾ ਕਿੱਥੋਂ ਲੱਗੇਗਾ ਚੰਗਾ ਕਿਹੜਾ ਤੇ ਮਾੜਾ ਬਿਲਕੁਲ। ਕਿਹੜਾ। ਖੈਰ ਐਨੀਹਾਓ ਤਾਂ ਉਹ ਮੈਨੂੰ ਛੋਟੇ-ਛੋਟੇ ਨਾ ਕਵਿਤਾਵਾਂ ਲਿਖਣ ਦਾ ਸ਼ੌਕ ਹੋ ਗਿਆ ਨਵਜੋਤ। ਐਵੇਂ ਮਨ ਦੇ ਵਿੱਚ ਕਈ ਵਾਰੀ ਜ਼ਿੰਦਗੀ ਦੇ ਵਿੱਚ ਬੜੇ ਉਤਰਾਅ ਚੜਾਅ ਆਉਂਦੇ ਨੇ। ਇਹੋ ਜਿਹੇ ਇੱਕ ਉਤਰਾਅ ਚੜਾਅ ਸੀ ਜਿਹਨੇ ਮੇਰੇ ਕੋਲੋਂ ਕੁਝ ਮਾੜਾ ਮੋਟਾ ਲਿਖਾਤਾ ਡਾਇਰੀ ਦੇ ਵਿੱਚ। ਫਿਰ ਉਹ ਡਾਇਰੀ ਬਣਦੀ ਰਹੀ, ਮੈਂ ਕਦੇ ਕਿਸੇ ਨੂੰ ਦੱਸਿਆ ਨਹੀਂ, ਅਜੇ ਵੀ ਬਣਦੀ ਪਈ ਹੋਈ ਹੈ ਮੇਰੇ ਟੈਚੀ ਦੇ ਵਿੱਚ। ਇੰਝ ਹੋਇਆ ਕਿ ਅਚਾਨਕ ਨਾ ਮੈਨੂੰ ਇੰਝ ਲੱਗੇ ਕਿ ਮੈਂ ਕਿਤੇ 2 ਸਤਰਾਂ ਲਿਖੀਆਂ ਕਿ ਮੈਂ ਜਿਵੇਂ ਦੀ ਮਰੀ ਆ ਵੀ ਉਂਝ ਦੀ ਨਹੀਂ ਮਰਾਂਗੇ, ਮੈਂ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਕਰਾਂਗੀ। ਅੱਛਾ। ਕਿ ਮੈਂ ਜਿਵੇਂ ਜੰਮੀ ਆ ਉਂਝ ਮਰਾਂਗੀ ਨਹੀਂ, ਮੈਂ ਜ਼ਿੰਦਗੀ 'ਚ ਕੁਝ ਨਾ ਕੁਝ ਕਰਾਂਗੀ। ਉਹ ਕਰਾਂਗੀ ਕਿਤੇ ਉੱਥੇ ਬੈਠਾ ਹੋਇਆ ਸੀ ਤੇ ਅਚਾਨਕ ਨਾ ਇੱਕ ਪਤਾ ਨਹੀਂ ਕਿਵੇਂ ਆ ਗਿਆ ਨਵਜੋਤ, ਆਈ ਕਾਂਟ ਇਵਨ ਡਿਸਕ੍ਰਾਈਬ ਇਟ, ਕਿ ਮੇਰੇ ਮਨ 'ਚ ਇੱਕ ਨਾ ਪਾਤਰ ਸੀਗਾ, ਉਹ ਬੜੇ ਵਰਿਆਂ ਦਾ ਮੇਰੇ ਦਿਮਾਗ ਦੇ ਵਿੱਚ ਸੀ ਤਾਂ ਮੇਰੇ ਇੱਕ ਕਨੋ ਪਿੰਡ ਦੇ ਵਿੱਚ ਬਿਲਕੁਲ ਸਾਡੇ ਨੇੜਲੇ ਹੀ ਪਾਤਰ ਸੀਗਾ। ਤਾਂ ਇੱਕ ਦਿਨ ਮੈਂ ਜਾਂਦੀ ਹੁੰਦੀ ਸੀ ਸਕੂਲ, ਸੁਧਾਰ ਤੋਂ ਉਤਰਦੀ ਸੀ, ਲੁਧਿਆਣੇ ਮੈਂ ਰਹਿੰਦੀ ਸਾਂ, ਤਾਂ ਸੁਧਾਰ ਤੋਂ ਮੈਂ ਬੱਸ ਲੈਣੀ ਹੈਗਾ, ਟੈਂਪੂ 'ਚ ਲੈਣਾ ਹੁੰਦਾ ਸੀਗਾ, ਉਹ ਕਾਫੀ ਲੇਟ ਹੋ ਗਿਆ ਤੇ ਬੈਠਿਆ ਨਾ ਮੈਂ ਕਾਗਜ਼ ਦੇ ਉੱਪਰ ਪਤਾ ਨਹੀਂ ਕਿਵੇਂ ਮੇਰੇ ਮਨ 'ਚ ਆਇਆ ਤੇ ਮੈਂ ਗੁਲਾਬੋ ਭੱਜ ਗਈ। ਅੱਛਾ। ਕਹਾਣੀ ਮਾੜੀ ਜੀ ਨਾ ਕਹਾਣੀ ਜਿਹੜੀ ਸੀ ਉਹਨੂੰ ਐਵੇਂ ਹੀ ਉਲੀਕਣਾ ਜਿਹਾ ਸ਼ੁਰੂ ਕਰ ਦਿੱਤਾ। ਪਰ ਉਹ ਤਾਂ ਨਹੀਂ ਸਿਰੇ ਚੜੀ, ਬਟ ਮੈਨੂੰ ਫਿਰ ਲੱਗਾ ਕਿ ਗੁਲਾਬੋ ਭੱਜੇ ਕਿਉਂ। ਮੈਂ ਕਹਾਣੀ ਪਤਾ ਨਹੀਂ ਕਿਵੇਂ ਉਸਰ ਗਈ ਪੂਰੀ ਦੀ ਪੂਰੀ, ਐਂਡ ਤੁਸੀਂ ਹੈਰਾਨ ਹੋਵੋਗੇ ਕਿ ਮੈਂ ਘੰਟੇ 2 ਘੰਟਿਆਂ ਦੇ ਵਿੱਚ ਉਹ ਕਹਾਣੀ ਪੂਰੀ ਲਿਖ ਲਈ, ਗੁਲਾਬੋ। ਉਹ ਗੁਲਾਬੋ ਕਹਾਣੀ ਮੈਂ ਲਿਖੀ ਤਾਂ ਉਸ ਤੋਂ ਬਾਅਦ ਮੈਨੂੰ ਲੱਗੇ ਵੀ ਪਤਾ ਨਹੀਂ ਉਹਨੇ ਕਹਾਣੀ ਆ ਕਿ ਕੀ ਹੈ। ਖਰਾ ਕਿ ਹੁਣ 45 ਦੇ ਵਿੱਚ ਮੈਂ ਵੀ ਨਹੀਂ ਸੀ, I was not a kid, ਪਰ ਤੁਹਾਨੂੰ ਆਪਣੀ ਰਚਨਾ ਦੇ ਉੱਪਰ ਹਮੇਸ਼ਾ ਲੱਗਦਾ ਰਹਿੰਦਾ ਹੁੰਦਾ ਹੈ ਕਿ ਪਤਾ ਨਹੀਂ ਇਹਨੂੰ ਕੋਈ ਐਕਸੈਪਟ ਕਰਦਾ ਹੈ ਜਾਂ ਇਹਦੇ 'ਚ ਕੀ ਗਲਤੀਆਂ ਕੱਢਦਾ ਹੈ। ਤਾਂ ਮੈਂ ਉੱਠੀ ਤਾਂ ਮੇਰਾ ਬੇਟਾ ਛੋਟਾ ਸੀਗਾ, ਬੇਟੀ ਵੀ ਮੇਰੀ ਸੀ, ਤੇ ਮੇਰਾ ਬੇਟਾ ਮੇਰੇ ਖਿਆਲ 6th ਜਾਂ 7th ਕਲਾਸ ਪੜ੍ਹਦਾ ਸੀ ਤੇ ਬੇਟੀ 2 ਕਲਾਸ ਅੱਗੇ ਸੀ। ਦੁਪਹਿਰ ਦਾ ਵੇਲਾ ਸੀ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਬੱਚੇ ਉੱਠੋ, ਕਹਿੰਦੇ ਮੰਮਾ ਕੀ ਗੱਲ ਹੈ। ਮੈਂ ਕਿਹਾ ਵੀ ਮੈਂ ਤੁਹਾਨੂੰ ਇੱਕ ਚੀਜ਼ ਸੁਣਾਣੀ ਹੈ। ਅੱਛਾ। ਨਵਜੋਤ, ਮੈਂ ਆਪਣੇ ਬੱਚਿਆਂ ਨੂੰ ਕਹਾਣੀ ਸੁਣਾਈ। ਬੱਚੇ ਕਿੰਨੀ ਏਜ ਦੇ ਸੀ ਉਦੋਂ? ਉਸ ਵੇਲੇ ਮੇਰਾ ਬੇਟਾ ਮੇਰਾ ਖਿਆਲ ਹੈ 7th ਕਲਾਸ 'ਚ ਹੋਏਗਾ। ਅੱਛਾ। ਤੇ ਬੇਟੀ ਮੇਰੀ 9th ਜਾਂ 10th ਕਲਾਸ 'ਚ ਸੀਗੀ। ਤਾਂ ਉਹਨਾਂ ਦੋਨਾਂ ਨੇ ਮੇਰੀ ਕਹਾਣੀ ਸੁਣੀ, ਬਹੁਤ ਵੱਡੀ ਨਹੀਂ ਸੀਗੀ 2-3 ਪੇਜਾਂ ਦੀ ਹੋਈ। ਅੱਛਾ ਕਹਾਣੀ ਸੁਣ ਕੇ ਨਾ ਤੇ ਬੇਟੀ ਤਾਂ ਚੁੱਪ ਰਹੀ। ਬੇਟਾ ਮੇਰਾ ਕਹਿੰਦਾ, ਹਾਏ ਮਾਮਾ ਵਿਚਾਰੀ ਗੁਲਾਬੋ ਨੂੰ ਘਰੋਂ ਕੱਢ ਦਿੱਤਾ ਹੈ। ਤੇ ਨਾਲ ਦੇ ਘਰ ਦੇ ਵਿੱਚ ਜਿਹੜਾ ਬੰਦਾ ਆਇਆ ਸੀਗਾ ਨਾ, ਉਹਦੇ ਲਈ ਪਾਠ ਰੱਖਤਾ, ਮੰਮਾ ਗੁਲਾਬੋ ਆਂਟੀ ਨਾਲ ਇੰਝ ਕਿਉਂ ਹੋਇਆ। ਅੱਛਾ। ਤੇ ਮੈਨੂੰ ਲੱਗਾ, ਮੈਂ ਕਿਹਾ ਬਸ ਠੀਕ ਹੈ, ਜੇ ਤੇਰੇ ਮਨ ਦੇ ਵਿੱਚ ਇਹ ਗੁਲਾਬੋ ਖੁੱਭ ਗਈ ਹੈ ਨਾ ਤੇ ਇਹ ਪਾਠਕਾਂ ਦੇ ਮਨ ਦੇ ਵਿੱਚ ਵੀ ਖੁੱਭੇਗੀ। ਤੇ ਮੈਂ ਉਸ ਕਹਾਣੀ ਨੂੰ ਅਜੋਕੇ ਸ਼ਿਲਾਲੇਖ, ਜਿਹੜਾ ਕਿ ਅੰਮ੍ਰਿਤਸਰ ਤੋਂ ਛਾਪਦਾ ਹੁੰਦਾ ਸੀਗਾ, ਕਿਉਂਕਿ ਮੈਂ ਅੰਮ੍ਰਿਤਸਰ ਦੇ ਜੰਪਵਾਲਾ ਜੌਬ ਕਰਕੇ, ਅਸੀਂ ਮੇਰੇ ਹਸਬੈਂਡ ਦੀ ਜੌਬ PAU ਦੇ ਵਿੱਚ ਸੀ, ਲੁਧਿਆਣਾ ਯੂਨੀਵਰਸਿਟੀ ਦੇ ਵਿੱਚ, ਫਿਰ ਅਸੀਂ ਲੁਧਿਆਣੇ ਚਲੇ ਗਏ ਸੀ। ਤਾਂ ਮੈਂ ਉੱਥੇ ਅੰਮ੍ਰਿਤਸਰ ਦੇ ਮੈਗਜ਼ੀਨ ਦੇ ਵਿੱਚ ਭੇਜ ਦਿੱਤੀ ਤੇ ਸੱਚੀ ਮੁੱਚੀ ਉਹ ਛਪ ਗਈ। ਤੇ ਜਦੋਂ ਛਪੀ ਤਾਂ ਫਿਰ ਮੈਨੂੰ ਕਈ ਜਣਿਆਂ ਨੇ ਮੈਨੂੰ ਕਿਹਾ ਕਿ ਕਹਾਣੀ ਬੜੀ ਅੱਛੀ ਲਿਖੀ ਹੈ ਤੁਸੀਂ, ਕਹਾਣੀ ਬੜੀ ਅੱਛੀ ਲਿਖੀ ਹੈ। ਤੇ ਉਸ ਤੋਂ ਬਾਅਦ ਨਵਜੋਤ, ਮੈਨੂੰ ਲੱਗਦਾ ਕਿ ਥੋੜੇ ਹੀ ਚਿਰ ਬਾਅਦ ਮੈਂ ਇੱਕ ਹੋਰ ਕਹਾਣੀ ਆਪਣੇ ਮੇਰੇ ਜਨਮ ਕਹ ਲੋ ਕਿ ਜਿਉਂ ਹੀ ਮੈਂ ਹੋਸ਼ ਸੰਭਾਲੀ ਸੀ, ਮੇਰੇ ਆਪਣੇ ਪਿੰਡ ਦੀ ਇੱਕ ਔਰਤ ਸੀ ਤੇ ਉਹਦੀ ਕਹਾਣੀ ਮੈਂ ਇੱਕ ਹੋਰ ਲੂਣਾ ਲਿਖੀ। ਅੱਛਾ। ਇੱਕ ਹੋਰ ਲੂਣਾ। ਤੇ ਉਹ ਇੱਕ ਹੋਰ ਲੂਣਾ ਵੀ ਅਜੋਕੇ ਸ਼ਿਲਾਲੇਖ ਵਾਲਿਆਂ ਨੇ ਬੜੇ ਖੁਸ਼ ਹੋ ਕੇ ਛਾਪੀ। ਤੇ ਮੈਨੂੰ ਦੱਸਦਿਆਂ ਖੁਸ਼ੀ ਹੈ ਕਿ ਇੱਕ ਵਾਰੀ ਇੱਕ ਫੰਕਸ਼ਨ ਦੇ ਵਿੱਚ ਰਾਮ ਸਰੂਪ ਅਣਖੀ ਜੀ ਮੈਨੂੰ ਮਿਲੇ ਸੀਗਾ, ਤੇ ਵਿਆਹ ਦਾ ਫੰਕਸ਼ਨ ਸੀਗਾ, ਦਲਬੀਰ ਚੇਤਨ ਹੋਣਾ ਦੀ ਬੇਟੀ ਦੇ ਵਿਆਹ ਦੀ ਗੱਲ ਹੈ। ਤਾਂ ਉਸ ਵਿਆਹ ਦੇ ਵਿੱਚ ਮੈਨੂੰ ਦਲਬੀਰ ਚੇਤਨ ਹੋਣਾ ਨੇ ਮੈਨੂੰ ਮਿਲਾਇਆ, ਕਹਿੰਦੇ ਆ ਮੈਂ ਤੈਨੂੰ ਰਾਮ ਸਰੂਪ ਅਣਖੀ ਨਾਲ ਮਿਲਾਉਣਾ। ਤਾਂ ਉਹਨਾਂ ਨੇ ਦੱਸਿਆ ਵੀ ਇਹ ਗੁਰਚਰਨ ਹੈ। ਕਹਿੰਦਾ ਅੱਛਾ, ਇਹ ਇੱਕ ਹੋਰ ਲੂਣਾ ਵਾਲੀ ਗੁਰਚਰਨ ਹੈ। ਉਹਨੇ ਚਿਰ ਨੂੰ ਉਹ ਥੋੜਾ ਜਿਹਾ ਪ੍ਰੇਮ ਗੋਰਖੀ ਹੋਰਾਂ ਦੇ ਕੋਲ ਲੈ ਕੇ ਗਿਆ ਮੈਨੂੰ, ਕਹਿੰਦੇ ਆ ਮੈਂ ਤੈਨੂੰ ਪ੍ਰੇਮ ਗੋਰਖੀ ਨਾਲ ਮਿਲਾਉਣਾ ਹੈ, ਰਾਮ ਸਰੂਪ ਅਣਖੀ ਜੀ। ਉਹ ਮੈਨੂੰ ਕਹਿੰਦੇ ਪ੍ਰੇਮ ਗੋਰਖੀ ਇੱਧਰ ਆ ਮਿਲ, ਇੱਕ ਹੋਰ ਲੂਣਾ ਵਾਲੀ ਗੁਰਚਰਨ। ਤੇ ਸੱਚੀ ਜਾਣੀ ਨਵਜੋਤ, ਮੈਨੂੰ ਲੱਗਾ ਕਿ ਵਾਕਿਆ ਹੀ ਕੁਝ ਤਾਂ ਭਾਈ ਗੁਰਚਰਨ ਕੌਰ ਤਿਰਕ ਹੈਗਾ ਕਿ ਜਿਹੜਾ ਤੇਰੇ ਕਹਾਣੀ ਦੇ ਨਾਂ ਨਾਲ ਤੈਨੂੰ ਜਾਣਿਆ ਜਾਂਦਾ ਸੀ। ਇਹ ਇਸ ਸਾਹਿਤਕ ਖੇਤਰ ਵਿੱਚ ਮੇਰਾ ਦਾਖਲਾ ਸੀ, ਜਿੰਨਾ ਮੈਨੂੰ ਪਰਵਾਨਿਆ ਵੀ ਤੇ ਮੈਨੂੰ ਵੀ ਇਹ ਸੰਤੁਸ਼ਟੀ ਦਿੱਤੀ ਕਿ ਸੱਚ ਵਾਕਿਆ ਹੀ ਅਗਰ ਮੈਂ ਕੁਝ ਮਾੜਾ ਮੋਟਾ ਲਿਖਿਆ ਤਾਂ ਉਹ ਸਹੀ ਹੋਏਗਾ। ਗੁਰਜੰਟ ਜੀ, ਤੁਹਾਨੂੰ ਸੁਣ ਕੇ ਬਹੁਤ ਚੰਗਾ ਲੱਗ ਰਿਹਾ। ਮੈਨੂੰ ਲੱਗਦਾ ਹੈ ਕਿ ਬਹੁਤ ਸਾਰੀਆਂ ਔਰਤਾਂ ਨੇ, ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ
ਲਿਖਣ ਦਾ ਸ਼ੌਕ ਰੱਖਦੀਆਂ, ਜਾਂ ਜਿਨ੍ਹਾਂ ਨੂੰ ਇਸ ਗੱਲ ਦਾ ਅੰਦਰੋਂ ਅਹਿਸਾਸ ਹੁੰਦਾ ਕਿ ਸ਼ਾਇਦ ਸਾਡੇ ਕੋਲ ਬਹੁਤ ਸਾਰੀਆਂ ਕਹਾਣੀਆਂ ਨੇ, ਬਹੁਤ ਕੁਝ ਹੈ ਜਿਹੜਾ ਅਸੀਂ ਅੰਦਰ ਸਮੇਟ ਕੇ ਰੱਖਿਆ ਹੋਇਆ, ਜੇ ਕਿਤੇ ਉਹਨੂੰ ਅਸੀਂ ਕਾਗਜ਼ ਦੀ ਹਿੱਕ 'ਤੇ ਉਤਾਰਨਾ ਸ਼ੁਰੂ ਕਰ ਦਈਏ, ਅਸੀਂ ਹਲਕੀਆਂ ਹੋ ਸਕਦੀਆਂ। ਹਲਕੀਆਂ ਹੋਣ ਦੇ ਨਾਲ ਨਾਲ ਇਹ ਹੈ ਕਿ ਜਿਹੜੀਆਂ ਕਹਾਣੀਆਂ ਜਦੋਂ ਇਹ ਲੋਕਾਂ ਦੇ ਵਿੱਚ ਜਾਣਗੀਆਂ, ਯਕੀਨਨ ਤੌਰ 'ਤੇ ਜਿਹੜੇ ਪੜ੍ਹਨਗੇ ਕਿਤੇ ਨਾ ਕਿਤੇ ਉਹਨਾਂ ਦਾ ਵੀ ਕਥਾਰਸਿਸ ਹੋਏਗਾ, ਕਿਉਂਕਿ ਇਹ ਜਦੋਂ ਆਪਾਂ ਸਾਹਿਤ ਪੜ੍ਹਦੇ ਹਾਂ ਇਹ ਸਾਰਾ ਕੁਝ ਵਾਪਰਦਾ। ਪਰ ਕਈ ਵਾਰ ਇਹ ਹੁੰਦਾ ਕਿ ਜਦੋਂ ਅਸੀਂ ਵੱਡੇ ਲੇਖਕਾਂ ਨੂੰ ਪੜ੍ਹਦੇ ਹਾਂ ਜਾਂ ਅਸੀਂ ਬਹੁਤ ਜ਼ਿਆਦਾ ਪੜ੍ਹਦੇ ਹਾਂ, ਉਸ ਵੇਲੇ ਸਾਡਾ ਜਿਹੜਾ ਆਤਮ ਵਿਸ਼ਵਾਸ ਆ ਉਹ ਬਣਦਿਆਂ ਦੇਰ ਲੱਗਦੀ ਆ, ਕਿਉਂਕਿ ਅਸੀਂ ਇਹ ਦੇਖਦੇ ਹਾਂ ਕਿ ਇਹ ਸਟੈਂਡਰਡਸ ਨੇ ਇੱਥੇ ਸੈੱਟ ਕੀਤੇ ਹੋਏ ਆ, ਅਸੀਂ ਜੋ ਲਿਖ ਰਹੇ ਹਾਂ ਪਤਾ ਨਹੀਂ ਉਹ ਪ੍ਰਵਾਨ ਹੋਊਗਾ ਜਾਂ ਨਹੀਂ ਹੋਊਗਾ, ਉਹ ਗਲਤ ਹੈ, ਠੀਕ ਹੈ, ਸਾਡਾ ਅੰਦਾਜ਼ ਕੀ ਹੈ। ਬੜੇ ਮਨ ਦੇ ਵਿੱਚ ਉਹ ਜਿਹੜੇ ਖਿਆਲ ਆ ਆਉਂਦੇ ਜਾਂਦੇ ਰਹਿੰਦੇ ਆ। ਕੁਝ ਮੈਂ ਉਹਨਾਂ ਬਾਰੇ ਵੀ ਜਾਣਨਾ ਚਾਹੂੰਗੀ। ਗੁਰਚਰਨ ਜੀ, ਮੈਂ ਜਦੋਂ ਆਪਾਂ ਗੱਲ ਕਰ ਰਹੇ ਸੀ ਥੋੜ੍ਹੀ ਦੇਰ ਪਹਿਲਾਂ, ਮੈਂ ਇਸ ਗੱਲ ਨੂੰ ਬਹੁਤ ਮਹਿਸੂਸ ਕਰਦੀ ਹਾਂ ਕਿ ਜਿੰਨਾ ਜ਼ਿਆਦਾ ਤੁਸੀਂ ਪੜ੍ਹਦੇ ਹੋ, ਤੁਸੀਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਮੈਂ ਬਹੁਤ ਪੜ੍ਹਦੀ ਹਾਂ, ਓਨਾ ਜ਼ਿਆਦਾ ਕਈ ਵਾਰੀ ਤਾਂ ਲਿਖਣ ਦੇ ਵਿੱਚ ਤੁਸੀਂ ਕਾਹਲ ਕਰ ਜਾਂਦੇ ਹੋ ਜੇ ਤੁਸੀਂ ਲਿਖਣ ਦੇ ਇੱਛੁਕ ਹੁੰਦੇ ਹੋ। ਕਈ ਵਾਰੀ ਤੁਸੀਂ ਬਹੁਤ ਜ਼ਿਆਦਾ ਡਿਲੇ ਕਰ ਜਾਂਦੇ ਹੋ, ਤੁਹਾਨੂੰ ਥੋੜ੍ਹੀ ਡਿਸਕਰੇਜਮੈਂਟ ਵੀ ਹੁੰਦੀ ਹੈ ਕਿ ਜਦੋਂ ਤੁਸੀਂ ਬਹੁਤ ਮਿਆਰੀ ਚੀਜ਼ਾਂ ਪੜ੍ਹ ਲੈਂਦੇ ਹੋ, ਉੱਚੇ ਲੈਵਲ ਦੀਆਂ ਪੜ੍ਹ ਲੈਂਦੇ ਹੋ। ਤੁਹਾਡੇ ਨਾਲ ਕਿਵੇਂ ਹੋਇਆ? ਮੈਂ ਖਰੇ ਇਸ ਤੋਂ ਸ਼ਾਇਦ ਥੋੜਾ ਜਿਹਾ ਡਿਫਰੈਂਟ ਸੋਚਦੀ ਹਾਂ ਕਿ ਪੜ੍ਹਨਾ ਜਿਹੜਾ ਵਾ ਤੁਹਾਡੇ ਕਹਿ ਸਕਦੇ ਹਾਂ ਲਿਖਣ ਦੇ ਵਿੱਚ ਜਾਂ ਕੋਈ ਰਚਨਾਤਮਕ ਚੀਜ਼ ਕ੍ਰੀਏਟਿਵ ਜਿਹਨੂੰ ਅਸੀਂ ਕਹਿੰਦੇ ਹੁੰਦੇ ਕਰਨ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਖਲਲ ਪਾਉਂਦਾ ਹੈ। ਓਕੇ। ਇਹਨੇ ਕਦੇ ਵੀ ਜਿੱਥੋਂ ਤੱਕ ਮੇਰਾ ਸੰਬੰਧ ਹੈ, ਇਹਨੇ ਨਾ ਕਦੇ ਮੈਨੂੰ ਲਿਖਣ ਤੋਂ ਰੋਕਿਆ ਤੇ ਨਾ ਹੀ ਕਦੇ ਮੇਰੀ ਲੇਖਣੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ। ਠੀਕ ਹੈ। ਕਿਉਂਕਿ ਜਿਹੜਾ ਮੇਰੀ ਕ੍ਰੀਏਟਿਵਿਟੀ ਹੈ, ਜੋ ਮੈਂ ਲਿਖਣੀ ਆ, ਮੈਨੂੰ ਨਹੀਂ ਲੱਗਦਾ ਕਿ ਜੇ ਮੈਂ ਜਸਵੰਤ ਸਿੰਘ ਕੰਵਲ ਨੂੰ ਪੜ੍ਹਿਆ ਤੇ ਉਹਦੇ ਮਿਆਰ ਦਾ ਕਦੇ ਮੈਂ ਲਿਖ ਸਕੀ ਹੋਵਾਂ, ਜਾਂ ਮੈਂ ਅੰਮ੍ਰਿਤਾ ਪ੍ਰੀਤਮ ਨੂੰ ਪੜ੍ਹਿਆ ਤੇ ਉਹਦੇ ਮਿਆਰ ਦਾ ਕਦੀ ਮੈਂ ਲਿਖ ਸਕਾਂ, ਕਿਉਂਕਿ ਮੇਰੇ ਕੁਝ ਆਪਣੇ ਅੰਦਾਜ਼ ਹੈ, ਮੇਰਾ ਕੁਝ ਆਪਣਾ ਤਰੀਕਾ ਹੈ। ਪਰ ਇਹ ਗੱਲ ਜ਼ਰੂਰ ਹੈ ਕਿ ਮੈਂ ਇਹਨਾਂ ਤੋਂ ਸਿੱਖਿਆ ਜ਼ਰੂਰ ਹੈ। ਅੱਛਾ। ਹਾਂ, ਕਿ ਇਹ ਵਿਸ਼ਿਆਂ ਨੂੰ ਟੈਕਲ ਕਿਵੇਂ ਕਰਦੇ ਆ, ਇਹ ਚੀਜ਼ ਨੂੰ ਲਿਖਦੇ ਕਿਵੇਂ ਆ, ਇਹਨਾਂ ਨੇ ਇਹ ਕਿਵੇਂ ਲਿਖ ਲਈ। ਸੋ ਇਹ ਚੀਜ਼ਾਂ ਜ਼ਰੂਰ ਤੁਹਾਡੇ ਅੰਦਰ ਜਿਹੜੀ ਕ੍ਰੀਏਟਿਵਿਟੀ ਹੈ ਨਾ, ਉਹਨੂੰ ਵਧਾਉਂਦੀਆਂ ਨੇ, ਘਟਾਉਂਦੀਆਂ ਨੇ। ਮੈਂ ਇੱਕ ਦੋ ਕਈਆਂ ਨੂੰ ਕਹਿੰਦੇ ਵੀ ਸੁਣਿਆ ਕਿ ਵੀ ਮੈਂ ਕਵਿਤਾ ਲਿਖਦੀ ਹਾਂ, ਪਰ ਮੈਂ ਦੂਜਿਆਂ ਦੀਆਂ ਕਵਿਤਾਵਾਂ ਪੜ੍ਹਦੀ ਨਹੀਂ ਕਿ ਇੰਝ ਹੋ ਜੂ ਮੈਂ ਉਹਨਾਂ ਦੀ ਨਕਲ ਮਾਰਦੀ। ਬਿਲਕੁਲ। ਮੈਂ ਇਸ ਚੀਜ਼ ਨਾਲ ਬਿਲਕੁਲ ਸਹਿਮਤ ਹਾਂ। ਠੀਕ ਹੈ। ਕਿ ਕਵਿਤਾ ਜਿਹੜੀ ਲਿਖਣੀ ਹੈ ਉਹ ਤੁਹਾਡੇ ਅੰਦਰਲੀ ਇੱਕ ਕਾਹਲ ਹੁੰਦੀ ਹੈ, ਇੱਕ ਉਬਾਲ ਹੁੰਦਾ ਆ ਜਿਹਨੂੰ ਤੁਸੀਂ ਲਿਖਣਾ ਹੁੰਦਾ। ਤੁਹਾਡੇ ਆਪਣੇ ਜਜ਼ਬਾਤ ਹੁੰਦੇ ਆ ਜੀ। ਤੁਸੀਂ ਕਿਸੇ ਨੂੰ ਉਹਦੇ ਚ ਅਸੀਂ ਨਕਲ ਨਹੀਂ ਕਹਿ ਸਕਦੇ। ਸਿਮਿਲਰਲੀ ਹੁਣ ਜੇ ਮੈਂ ਕਹਾਣੀ ਲਿਖੀ ਹੈ, ਮੈਂ ਇਸ ਤੋਂ ਬਾਅਦ ਮੇਰੀਆਂ ਕਹਾਣੀਆਂ ਦੀਆਂ ਹੁਣ ਤੱਕ 4 ਕਿਤਾਬਾਂ ਛਪ ਚੁੱਕੀਆਂ ਨੇ, ਤਾਂ ਉਹ ਕਹਾਣੀਆਂ ਕਿਸੇ ਵੀ ਵਿਅਕਤੀ ਦੀ, ਜਿਹੜਾ ਕਿਸੇ ਵੀ ਲੇਖਕ ਦੀ ਕਹਾਣੀ ਦਾ ਕੋਈ ਵੀ ਮੈਂ ਨਹੀਂ ਕਹਿ ਸਕਦੀ ਕਿ ਉਹਦੀ ਨਕਲ ਵੱਜੀ ਹੈ, ਕਿਉਂਕਿ ਮੇਰੇ ਅੰਦਰ ਜੋ ਹੈ, ਮੈਨੂੰ ਜਿਹੜੇ ਪਾਤਰ ਮਿਲੇ ਨੇ ਉਹਨਾਂ ਦੀ ਸਿਰਜਣਾ ਮੈਂ ਜੋ ਕੀਤੀ, ਉਹ ਹੋ ਸਕਦਾ ਦੂਜਿਆਂ ਨੂੰ ਪਾਤਰ ਮਿਲੇ ਹੀ ਨਾ ਹੋਣ ਕਦੀ। ਜਾਂ ਜੋ ਘਟਨਾਵਾਂ ਮੈਂ ਦੇਖੀਆਂ ਨੇ, ਜਿਸ ਪਰਿਪੇਖ ਦੇ ਵਿੱਚ ਮੈਂ ਦੇਖੀਆਂ ਨੇ, ਮੈਂ ਉਹਨਾਂ ਨੂੰ ਆਪਣੇ ਆਪ ਲਿਖਣਾ। ਹਾਂ, ਮੈਨੂੰ ਦਲੀਪ ਕੌਰ ਟਿਵਾਣਾ ਦੀਆਂ ਨਾਵਲ ਪੜ੍ਹਨ ਦਾ ਬਹੁਤ ਵਧੀਆ ਲੱਗਦਾ। ਤੇ ਮੈਂ ਤੁਹਾਨੂੰ ਸੱਚ ਦੱਸਾਂ ਕਿ ਜਦੋਂ ਮੈਂ ਕੁਝ ਲਿਖਣਾ ਹੁੰਦਾ ਨਾ, ਮੈਂ ਉਸ ਤੋਂ ਪਹਿਲਾਂ ਬਹੁਤ ਪੜ੍ਹਦੀ। ਅੱਛਾ। ਸੱਚੀ। ਮੈਂ ਜੇ ਕੋਈ ਫਰਜ਼ ਕਰੋ ਨਾਵਲ ਵੀ ਲਿਖਣਾ ਤੇ ਮੈਨੂੰ ਯਾਦ ਹੈ ਕਿ ਮੈਂ ਦਲੀਪ ਕੌਰ ਟਿਵਾਣਾ ਦੇ ਨਾਵਲ ਪੜ੍ਹੇ ਸੀ ਕਿ ਦਲੀਪ ਕੌਰ ਟਿਵਾਣਾ ਨਾਵਲ ਨੂੰ ਕਿਵੇਂ ਟੈਕਲ ਕਰਦੀ। ਸੋ ਤੁਹਾਨੂੰ ਬੂਸਟ ਮਿਲਦਾ ਉਹਦੇ ਨਾਲ? ਮੈਨੂੰ ਬੂਸਟ ਮਿਲਦਾ, ਚਾਹੇ ਉਹ ਕਿਸੇ ਦੀ ਵੀ ਕਿਤਾਬ ਹੋਵੇ। ਮੈਨੂੰ ਕਦੇ ਇਹ ਨਹੀਂ ਲੱਗਦਾ ਕਿ ਮੈਂ ਉਹਨੂੰ ਉਹਦੇ ਚੋਂ ਨਕਲ ਕਰ ਰਹੀ ਹਾਂ ਜਾਂ ਰਿਪੀਟ ਕਰ ਰਹੀ ਹਾਂ, ਕਿਉਂਕਿ ਅੰਦਰ ਤਾਂ ਮੇਰੇ ਖਲਬਲ ਮੱਚੀ ਹੁੰਦੀ ਹੈ। ਮੈਂ ਆਪਣੀ ਉਸ ਖਲਬਲ ਨੂੰ ਬਾਹਰ ਕੱਢਣਾ ਹੁੰਦਾ, ਪਰ ਜਿਹੜਾ ਦੂਜੇ ਦਾ ਲਿਖਿਆ ਹੋਇਆ ਵਾ ਉਹ ਮੈਨੂੰ ਉਹਦੇ ਤੋਂ ਮੈਨੂੰ ਪ੍ਰੇਰਨਾ ਮਿਲਦੀ ਹੈ। ਮੈਨੂੰ ਤਾਂ ਮਿਲਦੀ ਹੈ, ਹੋਰਾਂ ਦਾ ਮੈਨੂੰ ਨਹੀਂ ਪਤਾ ਕਿ ਕਿਵੇਂ। ਅੱਛਾ, ਤੁਸੀਂ 35 ਸਾਲ ਤਕਰੀਬਨ ਪੜ੍ਹਾਉਣ ਦੇ ਵਿੱਚ ਆਪਣੇ ਗੁਜ਼ਾਰ ਦਿੱਤੇ, ਨਾਲ ਤੁਸੀਂ ਲਿਖਣਾ ਸ਼ੁਰੂ ਕੀਤਾ, ਤੇ ਜਿਸ ਵੇਲੇ ਤੁਸੀਂ ਕੈਨੇਡਾ ਆ ਗਏ, ਥੋੜ੍ਹਾ ਜਿਹਾ ਮੈਨੂੰ ਇੱਥੇ ਬਾਰੇ ਦੱਸੋ ਕਿ ਇੱਥੇ ਆ ਕੇ ਆਉਂਦੇ ਸਾਰ ਤੁਹਾਨੂੰ ਕਿੱਦਾਂ ਮਹਿਸੂਸ ਹੋਇਆ ਕਿ ਤੁਸੀਂ ਕੈਨੇਡਾ ਨੂੰ ਖੁੱਲ੍ਹੀਆਂ ਬਾਹਾਂ ਦੇ ਨਾਲ ਮਿਲੇ, ਜਾਂ ਕੈਨੇਡਾ ਨੇ ਤੁਹਾਨੂੰ ਖੁੱਲ੍ਹੀਆਂ ਬਾਹਾਂ ਦੇ ਨਾਲ ਤੁਹਾਡਾ ਸਵਾਗਤ ਕੀਤਾ, ਜਾਂ ਕੋਈ ਕੌੜੇ ਤਜਰਬੇ ਸਨ? ਨਹੀਂ, ਬਹੁਤ ਹੀ ਖੁੱਲੀਆਂ ਬਾਹਾਂ ਨਾਲ ਸਵਾਗਤ ਹੋਇਆ ਮੇਰਾ, ਕਿਉਂਕਿ ਮੈਨੂੰ ਕੋਈ ਬਹੁਤਾ ਸਟਰਗਲ ਨਹੀਂ ਕਰਨਾ ਪਿਆ। ਮੇਰੇ ਬ੍ਰਦਰ ਛੋਟੇ ਇੱਥੇ ਪਹਿਲਾਂ ਆਏ ਹੋਏ ਸੀਗੇ, ਤੇ ਉਹਨਾਂ ਨੇ ਕਿਹਾ ਵੀ ਤੁਸੀਂ, ਮੇਰੇ ਹਸਬੈਂਡ ਨੂੰ ਕਿਹਾ ਕਿ ਤੁਸੀਂ ਅਪਲਾਈ ਕਰ ਦਿਓ, ਆਪਣੇ 1-2 ਫੈਮਲੀਆਂ ਚਾਹੀਦੀਆਂ ਨੇ। ਹਸਬੈਂਡ ਮੇਰੇ ਯੂਨੀਵਰਸਿਟੀ ਦੇ ਵਿੱਚ ਸਾਇੰਟਿਸਟ ਹੈ, ਤੇ ਉਹ ਕਹਿੰਦੇ ਵੀ ਬਾਜੀ ਤੁਸੀਂ ਕਰ ਸਕਦੇ ਹੋ। ਤੇ ਉਹਨਾਂ ਨੇ ਅਪਲਾਈ ਕੀਤਾ ਤੇ ਅਸੀਂ ਫੈਮਲੀ ਦੇ ਨਾਲ ਅਸੀਂ ਆ ਗਏ। ਤੇ ਮੈਨੂੰ ਵੀ ਸੀਗਾ ਕਿ ਦੂਜੀ ਜਗ੍ਹਾ ਨੂੰ ਐਕਸਪਲੋਰ ਕਰਨਾ ਚਾਹੀਦਾ। ਸਾਡੇ ਸਾਰਿਆਂ ਦੇ ਮਨ ਸੀ। ਬੇਟਾ ਮੇਰਾ ਇੰਜੀਨੀਅਰ ਹੀ ਉੱਥੋਂ ਆਇਆ ਸੀਗਾ, ਤੇ ਪਰ ਇੱਥੇ ਆ ਕੇ ਮੈਨੂੰ ਇਹ ਯਾਦ ਆ ਕਿ
2006 ਚ ਆਏ ਆ, ਫਿਰ ਅਸੀਂ ਵਾਪਸ ਚਲੇ ਗਏ, 2008 ਚ ਦੁਬਾਰਾ ਇਹ ਚਲੇ ਗਏ, ਬੱਚੇ ਇੱਥੇ ਰਹਿ ਗਏ ਸਾਡੀਆਂ ਜੌਬਸ ਕਰਕੇ। ਪਿੱਛੇ ਮੇਰੇ ਫਾਦਰ ਇਨ ਲਾ ਮਦਰ ਇਨ ਲਾ ਬੜੇ ਬਜ਼ੁਰਗ ਸੀ, ਉਹਨਾਂ ਨੂੰ ਅਸੀਂ ਛੱਡ ਨਹੀਂ ਸਕਦੇ ਸੀਗੇ। ਤੇ 2009 ਦੇ ਵਿੱਚ ਮੈਂ ਫਿਰ ਪ੍ਰੀਮੈਚੁਰ ਰਿਟਾਇਰਮੈਂਟ ਲੈ ਕੇ ਆਈ। ਮੇਰੇ ਹਸਬੰਡ ਰਿਟਾਇਰ ਹੋ ਗਏ ਸੀ ਤੇ ਉਹਨੇ ਚਿਰ ਨੂੰ ਮੇਰੇ ਸੱਸ ਸਹੁਰਾ ਦੋਨੋਂ ਹੀ ਵਾਹਿਗੁਰੂ ਮਤਲਬ ਪਰਮਾਤਮਾ ਦੇ ਕੋਲ ਚਲੇ ਗਏ ਸੀ, ਪੂਰੇ ਹੋ ਚੁੱਕੇ ਸੀਗੇ। ਸੋ ਐਨੀ ਹਾਊ ਕਹਿ ਸਕਦੇ ਆ ਕਿ ਇੱਕ ਕਿਸਮ ਦਾ ਕੋਈ ਬੋਝ ਸਾਡੇ ਮਨ ਤੇ ਪਿੱਛੇ ਨਹੀਂ ਹੈਗਾ ਸੀ। ਤਾਂ ਉਰੇ ਆਏ ਜਦੋਂ, ਤਾਂ ਇਹ ਜ਼ਰੂਰ ਹੋਇਆ ਇਹਨੂੰ ਜੋ ਤੇ ਕਿ ਮੈਨੂੰ ਯਾਦ ਹੈ ਮੇਰਾ ਬੇਟਾ ਮੈਨੂੰ ਪੁੱਛਦਾ, ਮੇਰਾ ਬੇਟਾ ਬਹੁਤ ਇੰਟਰਸਟ ਲੈਂਦਾ, ਉਹ ਮੇਰੀ ਬਹੁਤ ਉਹਨੇ ਹੈਲਪ ਕਰਦਾ ਹੈ। ਮੈਂ ਪੰਜਾਬੀ ਦੇ ਵਿੱਚ ਕਹਾਣੀਆਂ ਟਾਈਪ ਕਰਦੀ ਹਾਂ, ਮੈਨੂੰ ਕੰਪਿਊਟਰ ਦੇ ਵੀ ਮੇਰੀ ਮਦਦ ਕੀਤੀ ਹੈ, ਹਰ ਕਿਸਮ ਦੀ ਮਦਦ ਕਰਦਾ ਹੈ। ਤੇ ਮੇਰਾ ਪਾਠਕ ਵੀ ਪਹਿਲਾਂ ਉਹ ਹੀ ਹੁੰਦਾ ਹਰ ਮੇਰੀ ਰਚਨਾ ਦਾ। ਤੇ ਮੈਨੂੰ ਆ ਕੇ ਉਹ ਪੁੱਛਦਾ ਇੱਕ ਦਿਨ, ਕਹਿੰਦਾ ਮੰਮਾ ਤੁਸੀਂ ਕੋਈ ਨਵੀਂ ਕਹਾਣੀ ਲਿਖੀ ਹੈ? ਤਾਂ ਮੇਰੇ ਮੂੰਹ ਸਹਿਜ ਸੁਭਾਅ ਨਿਕਲਿਆ। ਮੈਂ ਕਿਹਾ ਬੇਟਾ ਪਾਤਰ ਤਾਂ ਮੇਰੇ ਸਾਰੇ ਉੱਥੇ ਰਹਿ ਗਏ ਤੇ ਕਹਾਣੀਆਂ ਕਿੱਥੋਂ ਲਿਖਾਂਗਾ। ਤੇ ਮੈਂ ਕਿਹਾ ਹੁਣ ਇੱਥੇ ਨਵਾਂ ਵੇਖਾਂਗੇ, ਇੱਥੋਂ ਦੇ ਲੋਕਾਂ ਨੂੰ ਮਿਲਦੇ ਗਿਲਦੇ ਆ, ਫਿਰ ਪਤਾ ਲੱਗੇਗਾ ਵੀ ਇੱਥੋਂ ਦਾ ਕੀ ਸੱਭਿਆਚਾਰ ਹੈ, ਕਿਸ ਤਰ੍ਹਾਂ ਦੀ ਲੋਕਾਂ ਦੀਆਂ ਸਮੱਸਿਆਵਾਂ ਨੇ, ਕੀ ਚੈਲੰਜਸ ਨੇ, ਚੁਣੌਤੀਆਂ ਨੇ। ਤਾਂ ਦੇਖਾਂਗੀ ਕਦੋਂ ਲਿਖ ਸਕਦੀ ਹਾਂ। ਸੋ ਇਹ ਮੇਰਾ ਪ੍ਰਤੀਕਿਰਿਆ ਸੀਗੀ। ਤੇ ਫਿਰ ਹੌਲੀ ਕੈਨੇਡੀਅਨ ਕੁੰਜਾਂ ਫਿਰ ਕਿਵੇਂ ਬਣਿਆ? ਹਾਂਜੀ, ਕੈਨੇਡੀਅਨ ਕੁੰਜਾਂ ਜਿਹੜਾ ਵਾ, ਇਹ ਕਹਾਣੀਆਂ ਇਹ ਫਿਰ ਮੈਂ ਉਰੇ ਆ ਕੇ ਫਿਰ ਕੀ ਹੋਇਆ ਨਾ, ਮੈਂ ਦੱਸਣੀ ਆ ਕਿ ਮੈਂ ਇੰਟਰਪ੍ਰੇਟਰ ਬਣ ਗਈ, ਟਰਾਂਸਲੇਟਰ ਬਣ ਗਈ। ਤੇ ਉੱਥੇ ਮੇਰਾ ਫਿਰ ਲੋਕਾਂ ਦੇ ਨਾਲ ਵਾਹ ਪੈਣਾ ਸ਼ੁਰੂ ਹੋ ਗਿਆ, ਪਾਤਰ ਮਿਲਣੇ ਸ਼ੁਰੂ ਹੋ ਗਏ। ਹਾਂ, ਪਾਤਰ ਮਿਲ ਗਏ, ਅਣ ਵਿਸ਼ੇ ਮਿਲਣ ਲੱਗ ਗਿਆ। ਸਭ ਤੋਂ ਜ਼ਿਆਦਾ ਮੈਨੂੰ ਜਿਹੜੇ ਵਿਸ਼ੇ ਜਿਹੜੇ ਸੀ ਉਹਨਾਂ ਦੇ ਵਿੱਚੋਂ ਸਭ ਤੋਂ ਪਤਾ ਲੱਗਾ ਕਿ ਇੱਥੇ ਵੀ ਸਾਡੇ ਪਰਿਵਾਰ ਜਿਹੜੇ ਨੇ ਉਹ ਟੁੱਟ ਰਹੇ ਨੇ। ਮੈਨੂੰ ਤਾਂ ਲੋਕਾਂ ਨੂੰ ਤੇ ਇੱਕ ਬੜਾ ਵੱਡਾ ਹੁੰਦਾ ਨਾ ਇਲੂਜਨ ਕਿ ਕੈਨੇਡਾ ਦੇ ਵਿੱਚ ਸਭ ਹੀ ਬੜਾ ਵਧੀਆ ਹੈ, ਬੜੇ ਸੋਹਣੇ ਘਰ ਨੇ, ਵੱਡੀਆਂ ਵੱਡੀਆਂ ਕਾਰਾਂ ਨੇ, ਲੋਕੀ ਜਾਂਦੇ ਨੇ, ਪਤਾ ਨਹੀਂ ਰੁੱਖਾਂ ਨੂੰ ਪੈਸੇ ਲੱਗੇ ਹੋਏ ਨੇ। ਤੇ ਜਦੋਂ ਮੈਂ ਇੰਟਰਪ੍ਰੇਟਰ ਬਣ ਕੇ ਗਈ ਨਵਜੋਤ, ਤੁਸੀਂ ਹੈਰਾਨ ਹੋਵੋਗੇ ਕਿ ਜਿੰਨੇ ਵੀ ਮੇਰੇ ਕੋਲ ਕਲਾਇੰਟ ਆਏ, ਸਾਰੀਆਂ ਹੀ ਕੋਈ ਕਿਸੇ ਲਈ ਲੜ ਰਿਹਾ ਹੈ, ਕੋਈ ਆਪਣੇ ਹਸਬੈਂਡ ਤੋਂ ਸਪਾਊਸਲ ਸਪੋਰਟ ਲੈਣ ਲਈ, ਕੋਈ ਬੱਚਿਆਂ ਲਈ, ਕੋਈ ਕਾਸੇ ਲਈ। ਤਾਂ ਮੈਨੂੰ ਲੱਗਾ ਕਿ ਡੋਮੈਸਟਿਕ ਵਾਇਲੈਂਸ ਇੱਥੇ ਬਹੁਤ ਵੱਡਾ ਇਸ਼ੂ। ਅੱਛਾ। ਤੇ ਮੈਂ ਫਿਰ ਆਪਣੀ ਨਾ ਜਿਹੜੀ ਇੱਥੇ ਆ ਕੇ ਪਹਿਲੀ ਕਹਾਣੀ ਅਸਲ ਚ ਲਿਖੀ ਸੀ, ਉਹ ਮੈਨੂੰ ਲੱਗਦਾ ਮੇਰੀ ਕੈਨੇਡੀਅਨ ਕੁੰਜਾਂ ਚ ਵੀ ਹੈਗੀ ਹੈ। ਇੱਕ ਹੌਕਾ ਕਹਾਣੀ ਲਿਖੀ ਸੀ। ਹੌਕਾ, ਇੱਕ ਹੌਕਾ ਕਹਾਣੀ ਸਰੀ ਦੀ ਹੈ ਜੀ। ਸਰੀ ਦੇ ਵਿੱਚ ਉਸ ਵੇਲੇ ਮੈਂ 2008 ਦੇ ਵਿੱਚ ਆਈ ਸਾਂ, ਤਾਂ ਉਦੋਂ ਮੈਂ ਖਬਰ ਪੜ੍ਹੀ ਸੀ ਕਿ ਇੱਕ ਬਾਪ ਨੇ ਆਪਣੀ ਲੜਕੀ ਨੂੰ 17 ਵਾਰੀ ਚਾਕੂ ਮਾਰ ਕੇ ਮਾਰ ਦਿੱਤਾ। ਉਦੋਂ ਕੋਰਟ ਦਾ ਕੇਸ ਚੱਲ ਰਿਹਾ ਸੀਗਾ। ਜਦੋਂ ਫਿਰ ਮੈਂ ਦੁਬਾਰਾ ਆਈ ਤਾਂ ਉਸ ਵੇਲੇ ਉਸ ਵਿਅਕਤੀ ਨੂੰ ਸਜ਼ਾ ਜਿਹੜੀ ਸੀ ਉਹ ਹੋ ਚੁੱਕੀ ਸੀ। ਤਾਂ ਉਹ ਇੱਕ ਛੋਟੀਆਂ ਜਿਹੀਆਂ 3-4 ਸਾਲ ਦੇ ਅੰਤਰਾਲ ਦੀਆਂ ਜਿਹੜੀਆਂ ਖਬਰਾਂ ਸੀ ਨਾ, ਉਸ ਖਬਰ ਤੋਂ ਹੀ ਮੇਰੀ ਕਹਾਣੀ ਇੱਕ ਹੌਕਾ ਬਣੀ। ਇਹ ਕਹਾਣੀ ਜਦੋਂ ਮੈਂ ਲਿਖ ਕੇ ਅਕਸ ਮੈਗਜ਼ੀਨ ਚ ਭੇਜੀ ਤਾਂ ਉਹਨਾਂ ਨੇ ਪਹਿਲੀ ਵਾਰ ਚ ਇਹਨੂੰ ਛਾਪ ਦਿੱਤਾ। ਤੇ ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਇਹ ਕਹਾਣੀ ਅਕਸ ਮੈਗਜ਼ੀਨ ਚ ਛਪੀ ਤਾਂ ਮੈਨੂੰ ਇੱਕ ਬੰਦੇ ਦਾ ਫੋਨ ਆਇਆ। ਮੈਨੂੰ ਕਹਿੰਦੇ ਜੀ ਤੁਸੀਂ ਕੈਨੇਡਾ ਗਏ ਹੋਏ ਹੋ? ਮੈਂ ਕਿਹਾ ਜੀ ਗਈ ਤਾਂ ਹੈਗੀ ਆ, ਪਰ ਮੈਂ ਉੱਥੇ ਰਹੀ ਨਹੀਂ ਬਹੁਤਾ। ਕਹਿੰਦੇ ਤੁਸੀਂ ਇਸ ਪਰਿਵਾਰ ਨੂੰ ਮਿਲੇ ਹੋ? ਮੈਂ ਕਿਹਾ ਜੀ ਨਹੀਂ, ਮੈਂ ਤਾਂ ਮਿਲੀ ਨਹੀਂ, ਮੈਂ ਤਾਂ ਨਿਊਜ਼ ਪੜ੍ਹੀ ਹੈ। ਕਹਿੰਦੇ ਜੀ ਇਹ ਤਾਂ ਮੇਰੇ ਰਿਸ਼ਤੇਦਾਰਾਂ ਦੀ ਕਹਾਣੀ। ਅੱਛਾ। ਮੈਨੂੰ ਲੱਗਾ ਕਿ ਵਾਕਿਆ ਮੈਂ ਜੇ ਕਿਸੇ ਦੇ ਦਰਦ ਨੂੰ ਬਿਆਨ ਕਰ ਸਕੀ ਹਾਂ ਤੇ ਦੂਜੇ ਬੰਦੇ ਨੂੰ ਉਹ ਦਰਦ ਮਹਿਸੂਸ ਹੋਇਆ। ਕਹਿੰਦਾ ਸੱਚਮੁੱਚ ਮੇਰੀ ਮਤਲਬ ਉਹ ਕਜ਼ਨ ਕਹਿੰਦਾ ਸੀ ਮੇਰੀ ਹੈਗੀ, ਜਿਹੜੀ ਉਹਦੀ ਬੇਟੀ ਦੀ ਮਦਰ ਸੀ। ਤਾਂ ਉਹ ਮਤਲਬ ਮੈਨੂੰ ਫਿਰ ਲੱਗਾ ਕਿ ਵਾਕਿਆ ਮੈਂ ਹੁਣ ਕੈਨੇਡਾ ਦੇ ਸੱਭਿਆਚਾਰ ਨੂੰ ਸਮਝਣ ਲੱਗ ਗਈ ਹਾਂ। ਇਹ ਇੱਕ ਹੌਕਾ ਕਹਾਣੀ ਜਿਹੜੀ ਸੀ ਇਹ ਬਣੀ। ਤੇ ਕੈਨੇਡੀਅਨ ਕੁੰਜਾਂ ਤੇ ਫਿਰ ਹੌਲੀ ਹੌਲੀ ਇੱਕ ਤੋਂ ਬਾਅਦ ਦੋ ਤੇ ਦੂਜੇ ਤੋਂ ਬਾਅਦ ਤੀਜੀਆਂ ਜਿਹੜੀਆਂ ਨੇ ਆਉਂਦੀਆਂ ਗਈਆਂ। ਬਰਫਾਂ ਪੈ ਰਹੀਆਂ ਨੇ, ਲੋਕੀ ਅੰਦਰ ਤੜੇ ਹੋਏ ਨੇ। ਤੇ ਫਿਰ ਇੱਥੇ ਕਿਵੇਂ ਇੱਕ ਬਜ਼ੁਰਗ ਜਿਹੜਾ ਹੈ ਉਹਨੂੰ ਸਮਝ ਨਹੀਂ ਲੱਗਦੀ ਕਿ ਹੁਣ ਮੈਂ ਕੀ ਕਰਾਂ। ਤਿੰਨ ਕੁੜੀਆਂ ਦੇ ਰਿਸ਼ਤੇ ਟੁੱਟ ਰਹੇ ਨੇ, ਪਰਿਵਾਰ ਟੁੱਟ ਰਿਹਾ। ਉਸ ਕੁੜੀ ਬੱਚੀ ਦਾ ਫਾਦਰ ਮਤਲਬ ਦਾ ਹਸਬੈਂਡ ਉਹਨੂੰ ਛੱਡ ਜਾਂਦਾ ਹੈ, ਉਹਦਾ ਬਾਪ ਉਹਦੇ ਕੋਲ ਆ ਕੇ ਰਹਿੰਦਾ ਹੈ, ਮਾਂ ਉਹਦੀ ਮਰ ਚੁੱਕੀ ਹੈ। ਸੋ ਇੰਝ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਬਹੁਤ ਸਾਰੀਆਂ ਸੀਗੀਆਂ ਜਿਨ੍ਹਾਂ ਨੂੰ ਮੈਂ ਇੱਕ ਕਹਾਣੀ ਕੈਨੇਡੀਅਨ ਕੁੰਜਾਂ ਦੇ ਵਿੱਚ ਜੀ। ਗੁਰਚਰਨ ਜੀ, ਤੁਸੀਂ ਹੁਣ ਤੱਕ ਇੰਡੀਆ ਦੇ ਵਿੱਚ ਜਿਹੜੀਆਂ ਕਹਾਣੀਆਂ ਲਿਖੀਆਂ, ਥੋੜ੍ਹਾ ਜਿਹਾ ਉਹਨਾਂ ਦਾ ਜ਼ਿਕਰ ਕੀਤਾ, ਉਹਨਾਂ ਦੇ ਪਾਤਰਾਂ ਦਾ ਜ਼ਿਕਰ ਕੀਤਾ। ਇੱਥੇ ਕੈਨੇਡੀਅਨ ਕੁੰਜਾਂ ਦੇ ਵਿੱਚ ਵੀ ਤੁਸੀਂ ਜ਼ਿਕਰ ਕੀਤਾ। ਮੈਂ ਬਹੁਤ ਵਾਰ ਜਿਹੜੇ ਕਹਾਣੀਕਾਰ ਨੇ ਉਹ ਮੋਸਟ ਆਫ ਦਾ ਟਾਈਮਸ ਆਪਣੇ ਪਾਤਰਾਂ ਦਾ ਉਹ ਜ਼ਿਕਰ ਜ਼ਰੂਰ ਕਰਦੇ ਆ, ਪਰ ਉਹ ਇਸ ਤਰ੍ਹਾਂ ਗੱਲ ਨਹੀਂ ਕਰਦੇ ਕਿ ਉਹਨਾਂ ਨੇ ਕਿਸੇ ਖਬਰ ਨੂੰ ਦੇਖ ਕੇ ਜਾਂ ਆਂਢ ਗੁਆਂਢ ਰਹਿੰਦੇ ਕਿਸੇ ਵਿਅਕਤੀ ਨੂੰ ਦੇਖ ਕੇ ਉਹ ਕਹਾਣੀ। ਬਹੁਤ ਘੱਟ ਹੁੰਦਾ ਕਿ ਉਹ ਰਿਵੀਲ ਕਰਦੇ ਆ ਕਿ ਇਹ ਕਹਾਣੀ ਕਿੱਦਾਂ ਬਣੀ। ਜਿਸ ਵੇਲੇ ਤੁਸੀਂ ਇੱਦਾਂ ਰੀਅਲ ਲਾਈਫ ਦੇ ਵਿੱਚੋਂ ਕਹਾਣੀਆਂ ਚੁੱਕਦੇ ਹੋ, ਉਸ ਵੇਲੇ ਉਹਨੂੰ ਇੱਕ ਕੁਝ ਕਾਲਪਨਿਕ ਰੰਗ ਦੇ ਕੇ ਪੇਸ਼ ਕਰ ਦੇਣਾ, ਇਹ ਤਜਰਬਾ ਕਿਹੋ ਜਿਹਾ ਹੁੰਦਾ? ਕਦੇ ਇਸ ਚੀਜ਼ ਨੂੰ ਇਹ ਮਹਿਸੂਸ ਨਹੀਂ ਕੀਤਾ ਕਿ ਇਹਨੂੰ ਚੈਲੰਜ ਕੀਤਾ ਜਾ ਸਕਦਾ ਹੈ, ਜਾਂ ਤੁਸੀਂ ਵੀ ਉਹ ਡਿਸਕਲੇਮਰ ਨਾਲ ਲਿਖਦੇ ਹੋ ਕਿ ਇਹ ਸਾਰੇ ਪਾਤਰ ਕਾਲਪਨਿਕ ਹਨ? ਨਹੀਂ, ਮੈਂ ਨਹੀਂ ਲਿਖਦੀ, ਕਿਉਂਕਿ ਮੈਂ ਹਮੇਸ਼ਾ ਇਹ ਕਹਿੰਦੀ ਹੁੰਦੀ ਹਾਂ ਕਿ ਕਹਾਣੀਆਂ ਕਲਪਨਾ ਨਹੀਂ ਹੁੰਦੀਆਂ। ਕਹਾਣੀਆਂ ਯਥਾਰਥ ਦੀ ਪੇਸ਼ਕਾਰੀ ਹੁੰਦੀ ਹੈ। ਇਹ ਸਮਾਜ ਦਾ ਪ੍ਰਤਾਉ ਹੁੰਦੀਆਂ ਨੇ। ਕਹਾਣੀ ਕੋਈ ਵੀ ਵਿਅਕਤੀ, ਹਾਂ ਮੈਂ ਨਾਵਲ ਜਿਹੜੇ ਮਿਸਟਰ ਰੈੱਡ ਸਟਾਰ ਲਿਖਿਆ ਤੇ ਚੰਦਰਯਾਨ ਤਿਸ਼ਕਿਲ ਲਿਖਿਆ ਉਹ ਮੇਰੀ ਕਲਪਨਾ ਹੈ। ਪਰ ਮੈਂ ਜਿਹੜੀ ਕਹਾਣੀ ਲਿਖਦੀ ਹਾਂ ਉਹ ਜ਼ਰੂਰ ਕਿਤੇ ਨਾ ਕਿਤੇ ਵਾਪਰੀ ਹੁੰਦੀ ਹੈ।
ਇੱਕ ਕਹਾਣੀ ਪੂਰੀ ਦੀ ਪੂਰੀ ਇੱਕ ਜਗ੍ਹਾ ਨਹੀਂ ਵਾਪਰੀ ਹੁੰਦੀ, ਉਹ ਕਈ ਜਗ੍ਹਾ ਤੇ ਟੋਟਿਆਂ 'ਚ ਵਾਪਰੀ ਹੁੰਦੀ ਹੈ। ਬਸ ਉਹਨੂੰ ਮੈਂ ਆਪਸ ਦੇ ਵਿੱਚ ਗੰਢ ਕੇ ਤੁੱਪ ਕੇ ਤੇ ਉਹਦੀ ਕਹਾਣੀ ਬਣਾ ਦਿੰਦੀ ਹਾਂ। ਹਾਂ, ਇਹ ਵੀ ਗੱਲ ਨਵਜੋਤ ਸੱਚੀ ਹੈ। ਕਈ ਵਾਰੀ ਜੇ ਮੈਂ ਕਹਾਣੀਆਂ ਇੱਕ ਦੋ ਇਹੋ ਜਿਹੇ ਵਾਪਰਿਆ ਕਿ ਮੈਂ ਲਿਖੀਆਂ ਨੇ, ਤਾਂ ਉਹਨਾਂ ਨੇ ਵੀ ਕਿਹਾ ਗੁੱਸੇ 'ਚ ਆ ਕੇ ਕਿ ਤੁਸੀਂ ਸਾਡੇ ਤੇ ਕਹਾਣੀ ਲਿਖੀ। ਮੈਂ ਕਿਹਾ ਨਹੀਂ, ਤੁਹਾਡੇ ਤੇ ਨਹੀਂ ਲਿਖੀ। ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਤੇ ਲਿਖੀ ਹੈ, ਅਸਲ ਦੇ ਵਿੱਚ ਇਹ ਕਹਾਣੀ ਬਹੁਤ ਜਗ੍ਹਾ ਤੇ ਵਾਪਰ ਰਹੀ ਹੈ। ਉਹ ਇੰਝ ਲੱਗਣ ਲੱਗ ਜਾਂਦਾ ਕਿ ਹੁਣ ਮੈਂ ਪਿੱਛੇ ਇੱਕ ਕਹਾਣੀ ਲਿਖੀ ਹੈ, ਕਿਤੇ ਮੈਂ ਅੱਛਾ ਕਿਤੇ ਮੈਂ ਕਹਾਣੀ, ਇਹ ਰੀਸੈਂਟ ਮੇਰੀ ਕਹਾਣੀ ਅੱਜ ਮੈਂ ਪਬਲਿਸ਼ ਨਹੀਂ ਕਰਾਈ, ਤਾਂ ਇਹ ਕਹਾਣੀ ਮੈਨੂੰ ਲੱਗਦਾ ਸੀ ਕਿ ਮੈਂ ਤਾਂ ਇਹਦੇ ਬਾਰੇ ਲਿਖੀ ਹੈ। ਪਰ ਤੁਸੀਂ ਹੈਰਾਨ ਹੋਵੋਗੇ ਕਿ ਕਹਾਣੀ ਮੇਰੀ ਸਭ ਪੂਰੀ ਹੋਈ ਨੂੰ ਖੈਰ ਹੋ ਤੇ ਗਿਆ ਨਾ ਦੇਰ ਤੋਂ, ਬਟ ਪਿਛਲੇ ਕਹਿ ਲਓ ਕਿ 3-4 ਹਫ਼ਤੇ ਪਹਿਲਾਂ ਮੈਨੂੰ ਇੱਕ ਲੜਕੀ ਦਾ ਫੋਨ ਆਇਆ, ਤੇ ਜਦੋਂ ਉਹਨੇ ਮੇਰੇ ਨਾਲ ਗੱਲ ਕੀਤੀ ਤਾਂ ਮੈਨੂੰ ਲੱਗਾ ਕਿ ਇਹ ਕਹਾਣੀ ਤਾਂ ਸ਼ਾਇਦ ਇਹਦੀ ਹੋਈ ਹੈ। ਅੱਛਾ, ਇਹ ਇੰਝ ਹੀ ਲੱਗਦਾ ਹੁੰਦਾ ਕਈਆਂ ਨੂੰ ਕਿ ਮੇਰੀ ਕਹਾਣੀ ਹੈ, ਪਰ ਅਸਲ ਦੇ ਵਿੱਚ ਸਮਾਜ ਦੇ ਵਿੱਚ ਬਹੁਤ ਕੁਝ ਕਿਤੇ ਵਾਪਰ ਰਿਹਾ ਹੁੰਦਾ। ਤੇ ਜਿਹੜਾ ਇੱਕ ਲੇਖਕ ਹੁੰਦਾ ਨਾ, ਉਹਨੇ ਉਹਨੂੰ ਕਿਤੇ ਨਾ ਕਿਤੇ ਵੇਖਿਆ ਹੁੰਦਾ, ਉਹਨੂੰ ਮਹਿਸੂਸ ਕੀਤਾ ਹੁੰਦਾ। ਉਹ ਨਿੱਕੇ ਨਿੱਕੇ ਬਸ ਉਹਨਾਂ ਟੋਟਿਆਂ ਨੂੰ, ਘਟਨਾਵਾਂ ਨੂੰ ਜੋੜ ਕੇ ਤੇ ਆਪਣੀ ਸੂਝ-ਬੂਝ ਦੇ ਨਾਲ ਉਹਨੂੰ ਅੱਖਰਾਂ ਦਾ ਰੂਪ ਦੇ ਦਿੰਦਾ। ਹੁਣ ਥੋੜ੍ਹੀ ਜਿਹੀ ਤੁਹਾਡੇ ਸਾਇੰਸ ਫਿਕਸ਼ਨ ਬਾਰੇ ਗੱਲ ਕਰਦੇ ਹਾਂ। ਜਿਵੇਂ ਤੁਸੀਂ ਕਿਹਾ ਕਿ ਵੀ ਜਿਹੜੀ ਚੰਦਰਯਾਨ ਔਰ ਇੱਕ ਤੁਸੀਂ ਹੋਰ ਜ਼ਿਕਰ ਕੀਤਾ ਕਿ ਇਹ ਦੋਨੋਂ ਤੁਹਾਡੇ ਜਿਹੜੀ ਸਾਇੰਸ ਫਿਕਸ਼ਨ 'ਤੇ ਆਧਾਰਿਤ, ਸਾਇੰਸ ਨੂੰ ਬੇਸ ਬਣਾ ਕੇ ਤੁਸੀਂ ਫਿਕਸ਼ਨ ਲਿਖੀ ਹੈ, ਨਾਵਲ ਲਿਖੇ ਹੈਗੇ ਆ। ਇਹਨਾਂ ਬਾਰੇ ਦੱਸੋ ਕਿ ਇਹਨਾਂ ਦਾ ਕਿੱਦਾਂ ਜਨਮ ਹੋਇਆ? ਇਹ ਆਈਡੀਆ ਕਦੋਂ ਤੋਂ ਤੁਹਾਡੇ ਨਾਲ ਚੱਲਦਾ ਆ ਰਿਹਾ ਸੀ? ਮੈਂ ਸਮਝਦੀ ਹਾਂ ਕਿ ਤੁਸੀਂ BSc ਕੀਤੀ ਹੈ, ਪਰ ਉਸ ਤੋਂ ਬਾਅਦ ਹਾਇਰ ਐਜੂਕੇਸ਼ਨ ਜਿਹੜੀ ਤੁਹਾਡੀ ਬਾਅਦ ਦੇ ਵਿੱਚ ਤੁਸੀਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ, ਉਹ ਟੋਟਲੀ ਲਿਟਰੇਚਰ ਦੇ ਨਾਲ ਇੱਕ ਮਿਕਸ ਸੀ। ਕੀ ਜਿਹੜਾ ਪਹਿਲਾਂ BSc ਵਾਲਾ ਤਜਰਬਾ ਸੀ ਉਹ ਇਹਦੇ ਵਿੱਚ ਤੁਸੀਂ ਕੀਤਾ? ਇੱਕ ਥਾਂ 'ਤੇ ਤੁਸੀਂ ਹੋਰ ਜ਼ਿਕਰ ਕੀਤਾ ਕਿ ਮੇਰੇ ਹਸਬੈਂਡ ਸਾਇੰਟਿਸਟ ਨੇ, ਕੀ ਵਿੱਚ ਉਹਨਾਂ ਦਾ ਵੀ ਕੋਈ ਯੋਗਦਾਨ ਹੈ? ਹਾਂ, ਮੇਰੇ ਹਸਬੈਂਡ ਸਾਇੰਟਿਸਟ ਨੇ, ਉਹ ਐਗਰੀਕਲਚਰ ਦੀ PhD ਨੇ। ਅੱਛਾ, ਤੇ ਮੈਂ ਸਹੀ ਕਹਾਂ ਤਾਂ ਉਹਨਾਂ ਦਾ ਯੋਗਦਾਨ ਨਹੀਂ ਹੈਗਾ ਬਿਲਕੁਲ ਵੀ, ਓਕੇ, ਕਿਉਂਕਿ ਉਹਨਾਂ ਦਾ ਫੀਲਡ ਹੀ ਬਿਲਕੁਲ ਵੱਖਰਾ ਹੈ। ਸਾਹਿਤ ਦੇ ਨਾਲ ਵੀ ਉਹਨਾਂ ਨੂੰ ਬਹੁਤ ਘੱਟ ਮਾਸੇ। ਹਾਂ, ਇੱਕ ਗੱਲ ਜ਼ਰੂਰ ਹੈ ਜੀ, ਕਿ ਉਹਨਾਂ ਦੀਆਂ ਗੱਲਾਂ ਤੋਂ ਹਾਂ, ਜਿਹੜਾ ਮੇਰਾ ਨਾਵਲ ਚੰਦਰਯਾਨ ਤਿਸ਼ਕਨ ਹੈ, ਅੱਛਾ, ਉਹਦਾ ਜਿਹੜਾ ਮੇਨ ਪਾਤਰ ਹੈ, ਉਹ ਉਹਨਾਂ ਦੀ ਯੂਨੀਵਰਸਿਟੀ ਦਾ ਹੀ ਇੱਕ ਪਾਤਰ ਹੈ। ਓਕੇ, ਓਕੇ, ਕਿਉਂਕਿ ਮੈਂ ਯੂਨੀਵਰਸਿਟੀ ਦੇ ਨਾਲ ਸਾਡਾ ਬੜਾ ਉੱਥੇ ਗੈਦਰਿੰਗਸ ਹੁੰਦੀਆਂ ਸੀਗੀਆਂ, ਤਿੰਨ ਸਾਹਿਬ ਉਹਨਾਂ ਦੇ ਡਿਪਾਰਟਮੈਂਟ ਦੀਆਂ ਦੂਜੀਆਂ ਤੀਜੀਆਂ, ਅਸੀਂ ਉੱਥੇ ਆਉਂਦੇ ਜਾਂਦੇ ਰਹਿੰਦੇ ਸੀ, ਗੱਲਾਂ ਬਾਤਾਂ ਵੀ, ਉਹਨਾਂ ਦੇ ਫਰੈਂਡਸ ਸਰਕਲ ਵੀ ਬੜਾ ਆਲੇ ਦੁਆਲੇ ਸੀਗਾ। ਤਾਂ ਹਾਂ, ਫਿਰ ਇਹ ਮੈਂ ਸਾਇੰਸ ਵੱਲ ਕਿਵੇਂ ਆਈ, ਪਹਿਲਾਂ ਮੈਂ ਇਹ ਦੱਸਦੀ ਹਾਂ ਨਵਜੋਤ ਤੁਹਾਨੂੰ, ਫਿਰ ਗੱਲ ਉੱਥੇ ਹੀ ਆ ਜਾਂਦੀ ਹੈ। ਕਿਉਂਕਿ ਮੇਰੇ ਘਰ ਦਾ ਮਾਹੌਲ ਥੋੜਾ ਸਾਹਿਤਕ ਵੀ ਹੈ, ਅਸੀਂ ਪੋਲੀਟੀਕਲ ਡਿਸਕਸ਼ਨ ਵੀ ਬਹੁਤ ਕਰਦੇ ਹਾਂ, ਡਾਇਰੇਟਿਵ ਦੇ ਬੈਠੇ ਹੋਈਏ ਤਾਂ ਸਾਡੀਆਂ ਗੱਲਾਂ ਇਹੋ ਹੀ ਹੁੰਦੀਆਂ ਨੇ। ਅੱਛਾ, ਗੱਲਾਂ ਕਰਦਿਆਂ ਫਿਰ ਨਾ ਇਸੇ ਤਰ੍ਹਾਂ ਅਸੀਂ ਸਾਰਾ ਪਰਿਵਾਰ ਬੈਠੇ ਸੀ, ਬੇਟੀ ਵੀ ਮੇਰੀ ਆਈ ਹੋਈ ਸੀ। ਮੇਰੀ ਬੇਟੀ ਯੂਨੀਵਰਸਿਟੀ, ਮਾਊਂਟਰਾ ਯੂਨੀਵਰਸਿਟੀ ਦੇ ਵਿੱਚ ਇਸ ਵੇਲੇ এনवायरमेंटल ਸਾਇੰਸ ਦੀ ਲੈਕਚਰਰ ਲੱਗੀ ਹੋਈ ਹੈ। ਠੀਕ ਹੈ। ਤਾਂ ਬੇਟਾ ਮੇਰਾ ਇੰਜੀਨੀਅਰ ਹੈ, ਤਾਂ ਮੇਰੀ ਨੂੰਹ ਰਾਣੀ ਵੀ ਸੀ। ਤਾਂ ਇੱਥੇ ਬੈਠੇ ਮੇਰੇ ਨਾਲ ਗੱਲ ਕਰਦੇ, ਕਹਿੰਦੇ ਮੰਮਾ, ਕਿਉਂਕਿ ਉਹਨੂੰ ਪੜ੍ਹਨ ਦਾ ਸ਼ੌਕ ਬਹੁਤ ਹੈ ਮੇਰੇ ਬੇਟੇ ਨੂੰ, ਬੀਇੰਗ ਸਾਇੰਸ ਸਟੂਡੈਂਟ ਵੀ ਉਹ ਬਹੁਤ ਪੜ੍ਹਦਾ। ਤਾਂ ਉਹ ਕਹਿੰਦਾ ਮੰਮਾ, ਇੰਗਲਿਸ਼ ਦੇ ਵਿੱਚ ਤਾਂ ਜਿਹੜਾ ਸਾਇੰਸ ਫਿਕਸ਼ਨ ਹੈ ਬਹੁਤ ਹੈ, ਪੰਜਾਬੀ ਦੇ ਵਿੱਚ ਨਹੀਂ ਹੈਗਾ ਹੈ। ਤਾਂ ਮੇਰੇ ਮੂੰਹ ਇੱਕਦਮ ਨਿਕਲਿਆ। ਮੈਂ ਕਿਹਾ ਠੀਕ ਹੈ, ਫਿਰ ਤੇਰੀ ਮਾਂ ਨਾ ਹੁਣ ਅਗਲਾ ਜਿਹੜਾ ਲਿਖੂਗੀ ਨਾ ਉਹ ਸਾਇੰਸ ਫਿਕਸ਼ਨ ਲਿਖੂ। ਅੱਛਾ, ਤੇ ਫਿਰ ਚਲੋ ਮੈਂ ਕਹਿ ਤਾਂ ਦਿੱਤਾ, ਬਟ ਫਿਰ ਮੈਂ ਦੈਨ ਆਈ ਥੋਟ ਕਿ ਮੈਨੂੰ ਕੀ ਲਿਖਣਾ ਚਾਹੀਦਾ। ਤੇ ਮੈਨੂੰ ਇੱਕਦਮ ਯਾਦ ਆਇਆ ਕਿ ਕਲੋਨਿੰਗ ਦੇ ਉੱਪਰ ਮੈਂ ਬਹੁਤ ਦੇਰ ਪਹਿਲਾਂ ਕਿਤੇ ਰੀਡਰਸ ਡਾਈਜੈਸਟ ਦੇ ਵਿੱਚ ਇੱਕ ਆਰਟੀਕਲ ਪੜ੍ਹਿਆ ਸੀ ਕਲੋਨਿਕ ਤੇ, ਜਦੋਂ ਪਹਿਲੀ ਵਾਰੀ ਉਹਨਾਂ ਨੇ ਕਲੋਨ ਜਿਹੜੇ ਨਾ ਉਹ ਬਣਾਏ ਸੀਗੇ, ਇੱਕ ਸ਼ੀਪ ਦਾ ਕਲੋਨ ਜਿਹੜਾ ਬਣਾਇਆ, ਭੇਡ ਦਾ ਕਲੋਨ ਬਣਿਆ ਸੀਗਾ। ਤੇ ਉਸ ਤੋਂ ਬਾਅਦ ਫਿਰ ਮੈਂ ਕੀਤਾ ਕਿ ਥੋੜੀ ਰਿਸਰਚ ਕੀਤੀ, ਤੇ ਮੈਂ ਸੋਚਿਆ ਕਿ ਮੈਂ ਹੁਣ ਕਲੋਨਿੰਗ ਦੇ ਉੱਪਰ ਨਾਵਲ ਲਿਖਾਂਗੀ। ਤੇ ਉਹ ਵੀ ਕਿੱਥੋਂ ਮੇਰੇ ਮਨ ਦੇ ਵਿੱਚ ਆਈਡੀਆ ਆਇਆ ਕਿ ਉਸ ਵੇਲੇ ਇੱਕ ਜਿਹੜੀ ਸੀ ਕਿ ਆਪਣੇ ਕਲਪਨਾ ਚਾਵਲਾ, ਆਪਣੇ ਇੰਡੀਆ ਦੀ ਲੇਡੀ ਜਿਹੜੀ ਹੈ, ਉਹ ਐਸਟਰੋਨੌਟ ਚੰਦਰਮਾ ਤੇ ਗਈ ਸੀ, ਬਟ ਰਸਤੇ ਵਿੱਚ ਆਉਂਦੇ ਉਹਦੀ ਮੌਤ ਹੋ ਗਈ ਸੀ। ਤਾਂ ਮੈਨੂੰ ਉਸ ਵੇਲੇ ਫਿਰ ਇਹ ਲੱਗਾ ਕਿ ਉਹ ਮਰ ਗਈ ਹੈ, ਉਹਨੇ ਬਹੁਤ ਕੁਛ ਜਿਹੜਾ ਨੀਚੇ ਭੇਜਿਆ ਹੋਏਗਾ ਉਸ ਵੇਲੇ, ਬਟ ਪਤਾ ਨਹੀਂ ਕਿੰਨਾ ਕੁਛ ਉਹਦੇ ਦਿਮਾਗ ਦੇ ਵਿੱਚ ਦੱਸਣ ਵਾਲਾ ਰਹਿ ਗਿਆ। ਐਂਡ ਦੈਨ ਫਿਰ ਮੈਂ ਇਹ ਨਾਵਲ ਜਿਹੜਾ ਸੀ ਨਾ, ਉਸ ਤੋਂ ਫਿਰ ਮੈਂ ਬਣਾਇਆ ਕਿ ਚੰਦਰਮਾ ਤੋਂ ਵਾਪਸ ਆਏ ਜਿਹੜੇ ਐਸਟਰੋਨੌਟਸ ਨੇ, ਉਹ ਰਸਤੇ 'ਚ 2 ਮਰ ਜਾਂਦੇ ਨੇ। ਉਹਨਾਂ ਦੋਨਾਂ ਦੇ ਫਿਰ ਇੱਕ ਸਾਇੰਟਿਸਟ ਕਲੋਨ ਬਣਾਉਂਦਾ ਹੈ। ਉਹ ਸਾਇੰਟਿਸਟ ਕੌਣ ਹੈ? ਉਹ ਸਾਇੰਟਿਸਟ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਇੱਕ ਸਾਇੰਟਿਸਟ ਹੈ, ਜਿਹੜਾ ਇੱਥੋਂ ਜਾ ਕੇ ਜਿਨ੍ਹਾਂ ਨੇ ਜੈਨੇਟਿਕਸ ਦੀ ਕੀਤੀ ਸੀਗੀ ਮਾਸਟਰਸ ਐਂਡ PhD ਆਪਣੇ ਏਮਸ ਤੋਂ ਜਾ ਕੇ, ਦਿੱਲੀ ਜਾ ਕੇ। ਤੇ ਉਹਨਾਂ ਦਾ ਨਾਮ ਹੀ ਮੈਨੂੰ ਪਤਾ ਸੀਗਾ। ਅੱਛਾ,
ਤੇ ਮੈਂ ਫਿਰ ਜਾਣੀ ਉਹਨਾਂ ਨੂੰ ਮੁੱਖ ਰੱਖ ਕੇ ਤੇ ਮੈਂ ਇੱਕ ਇਹ ਵੀ ਨਵਜੋਤ ਉਦੋਂ ਮੇਰੇ ਦਿਮਾਗ 'ਚ ਸੀਗਾ ਕਿ ਜਿਹੜੇ ਪੰਜਾਬੀ ਨੇ ਇਹਨਾਂ ਨੂੰ ਬਹੁਤ ਰੂਪਾਂ ਦੇ ਵਿੱਚ ਪੇਸ਼ ਕੀਤਾ ਜਾਂਦਾ, ਬਟ ਇੱਕ ਵਿਗਿਆਨੀ ਦੇ ਤੌਰ ਤੇ ਸ਼ਾਇਦ ਮੈਨੂੰ ਲੱਗਾ ਸੀ ਕਿ ਸਾਹਿਤ ਦੇ ਵਿੱਚ ਬਹੁਤ ਜ਼ਿਆਦਾ ਕਿਤੇ ਨਹੀਂ। ਤੇ ਮੈਂ ਇੱਕ ਫਿਰ ਉਸ ਪਿੰਡ ਦੇ ਪੜ੍ਹੇ ਹੋਏ ਮੁੰਡੇ ਨੂੰ, ਜਿਹੜਾ ਕਿ ਘਰ ਦੇ ਵਿੱਚ ਡੰਗਰ ਚਾਰਦਾ ਸੀ ਤੇ ਉਹਦੇ ਬਾਪ ਨੇ ਉਹਦਾ ਨਾਮ ਮਾਹੀ ਪਾਲ ਰੱਖਿਆ ਸੀ, ਉਹਦੇ ਦਾਦੇ ਨੇ, ਕਿ ਮਈਆਂ ਨੂੰ ਚਾਰਿਆ ਕਰੂਗਾ, ਪਰ ਉਹ ਪੜ੍ਹਨ 'ਚ ਇੰਨਾ ਲਾਇਕ ਸੀਗਾ ਕਿ ਉਹਦੇ ਹੈਡ ਮਾਸਟਰ ਨੇ ਉਹਨੂੰ ਕਿਹਾ ਕਿ ਤੂੰ ਯੂਨੀਵਰਸਿਟੀ ਦਾਖਲਾ ਲੈ। ਉੱਥੋਂ ਨੇ BSc ਕੀਤੀ, ਫਿਰ ਉਹਨੇ MSc ਕੀਤੀ, ਫਿਰ ਉਹਨੇ ਜੈਨੇਟਿਕਸ ਦਾ ਕੀਤਾ। ਐਂਡ ਸਾਡਾ ਜਿਹੜੀ ISRO ਐਸੋਸੀਏਸ਼ਨ ਹੈ ਰਿਸਰਚ ਉਹਦੇ ਜਿਹੜੇ ਵੱਡੇ ਡਾਇਰੈਕਟਰ ਨੇ ਉਹਨਾਂ ਨੇ ਉਹਨੂੰ ਬੁਲਾ ਕੇ, ਉਹ ਕਿਉਂਕਿ ਕਲੋਨਿੰਗ ਤੇ ਕੰਮ ਕਰ ਰਿਹਾ ਸੀ, ਜੈਨੇਟਿਕਸ ਤੇ ਕੰਮ ਕਰ ਰਿਹਾ ਸੀਗਾ, ਤੇ ਉਹਦੇ ਕੋਲੋਂ ਫਿਰ ਕਲੋਨ ਬਣਵਾਏ। ਸੋ ਇਹ ਕਹਾਣੀ ਦੀ ਜਿਹੜੀ ਬੁੜਤਰ ਸੀਗੀ, ਇਹ ਆਲ ਮੇਰੀ ਕਲਪਨਾ ਸੀ ਕਿ ਮੈਂ ਇੱਕ ਪੰਜਾਬੀ ਨੂੰ ਇੱਕ ਸਾਇੰਟਿਸਟ ਦੇ ਵਜੋਂ ਪੇਸ਼ ਕੀਤਾ, ਤੇ ਉਹ ਇੱਕ ਨਵੇਂ ਸਾਇੰਸ ਦੇ ਸਫੀਅਰ ਦੇ ਵਿੱਚ ਕਲੋਨਿੰਗ ਉਹਦੇ ਕੋਲੋਂ ਕਰਵਾ ਕੇ ਫਿਰ ਉਹ ਜਿਹੜੇ ਕਲੋਨਸ ਨੇ ਉਹ ਚੰਦਰਮਾ ਤੇ ਜਾ ਕੇ ਰਿਸਰਚ ਕਰਦੇ। ਅੱਛਾ, ਇਹ ਜਿਹੜਾ ਚੰਦਰਯਾਨ ਤਿਸ਼ਕਨ ਹੈ ਨਾ, ਤਿਸ਼ਕਨ, ਇਹਨੂੰ ਰਿਸਪੌਂਸ ਕਿਹੋ ਜਿਹਾ ਮਿਲਿਆ ਫਿਰ? ਇਹ ਮੈਨੂੰ ਦੱਸਦਿਆਂ ਖੁਸ਼ੀ ਹੈ ਕਿ ਮੈਂ ਬਹੁਤ ਬੜਾ ਡਰਦੀ ਸੱਚੀ, ਕਿੰਨਾ ਚਿਰ ਪਿਆਰਿਆ। ਮੇਰੇ ਬੇਟੇ ਨੇ ਮੈਨੂੰ ਪੜਿਆ, ਮੈਂ ਕਿਹਾ ਬੇਟੇ ਨੂੰ ਪੜ੍ਹ ਕੁਛ ਹੈਗਾ ਇਹਦੇ 'ਚ? ਕਹਿੰਦਾ ਮੰਮਾ ਹੈਗਾ ਹੈ। ਤਾਂ ਮੈਂ ਫਿਰ ਪਬਲਿਸ਼ਰ ਨੂੰ ਦਿੱਤਾ, ਇਹਨਾਂ ਕੁਛ ਪਾਣੀ ਹੁੰਦੀਆਂ ਗੁਲਾਟੇ ਹੋਣੇ ਜੀ ਕੋਲੋਂ, ਚੇਤਨਾ ਪ੍ਰਕਾਸ਼ਨ ਤੋਂ। ਮੈਂ ਕਿਹਾ ਵੀ ਗੱਲ ਸੁਣੋ, ਪੜ੍ਹ ਕੇ ਵੇਖਿਓ ਵੀ ਕੁਝ ਹੈਗਾ। ਅੱਛਾ, ਠੀਕ ਹੈ। ਕਹਿੰਦੇ ਜੀ ਇਹ ਤਾਂ ਬਹੁਤ ਵਧੀਆ ਹੈ। ਚਲੋ ਉਹਨਾਂ ਛਾਪ ਦਿੱਤਾ, ਤੇ ਫਿਰ ਮੈਨੂੰ ਬੜੇ ਅੱਛਾ ਹੈ ਕਿ ਇੱਥੇ ਵੀ ਮੈਂ ਰਿਲੀਜ਼ ਕੀਤਾ। ਚਲੋ ਇੱਥੇ ਤਾਂ ਆਪਾਂ ਨੂੰ ਪਤਾ ਹੀ ਆ ਕਿ ਕਿੰਨੇ ਕੁ ਆਪਣੇ ਹੈਗੇ ਨੇ, ਬਹੁਤ ਜ਼ਿਆਦਾ ਨਹੀਂ ਉਹਨਾਂ ਸਾਡੇ ਹੈਗੇ ਪਾਰਖੂ ਨਿਗਾਹਾਂ। ਪਰ ਮੇਰਾ ਫਿਰ ਜਦੋਂ ਮੈਂ ਇੰਡੀਆ ਗਈ ਤਾਂ ਉੱਥੇ ਇਸ ਨਾਵਲ ਦੇ ਉੱਪਰ ਚਰਚਾ ਹੋਈ। ਮਿੱਤਰ ਸੈਨ ਮੀਤ ਹੋਣਾ ਨੇ ਉਹਦੇ ਵਿੱਚ ਬੜਾ ਅਹਿਮ ਜਿਹੜਾ ਸੀਗਾ ਪਰਚਾ ਪੜਿਆ, ਤੇ ਹੋਰਾਂ ਨੇ ਵੀ ਬਹੁਤ ਇਹਨੂੰ ਦਿੱਤਾ। ਉਹਨਾਂ ਨੇ ਕਿਹਾ ਕਿ ਇਹ ਪੰਜਾਬੀ ਦੇ ਸਾਹਿਤ ਦੇ ਵਿੱਚ ਇੱਕ ਨਵੀਂ ਤਰ੍ਹਾਂ ਦਾ ਯੂਨੀਕ ਨਾਵਲ ਹੈ। ਬਿਊਟੀਫੁਲ, ਬਹੁਤ ਵਧੀਆ, ਬੜਾ ਚੰਗਾ ਲੱਗ ਰਿਹਾ ਤੁਹਾਡਾ ਇਹ ਸੁਣ ਕੇ, ਕਿਉਂਕਿ ਮੈਂ ਜਿਹੜੀ ਯੂਨੀਕਨੈਸ ਦੀ ਤੁਸੀਂ ਗੱਲ ਕੀਤੀ ਆ, ਵਾਕਈ ਮੈਂ ਬਹੁਤ ਘੱਟ ਸੁਣਿਆ ਕਿ ਪੰਜਾਬੀ ਦੇ ਵਿੱਚ ਸਾਇੰਸ, ਉਹ ਵੀ ਫਿਕਸ਼ਨ ਦੇ ਨਾਲ ਕਿਸੇ ਤਰੀਕੇ ਦੇ ਨਾਲ ਪੇਸ਼ ਕੀਤੀ ਗਈ ਹੋਵੇ। ਹੁਣ ਮੈਂ ਚਾਹੁੰਦੀ ਹਾਂ ਕਿ ਗੁਰਚਰਨ ਜੀ ਥੋੜ੍ਹਾ ਜਿਹਾ ਦੱਸ ਸਕੋ ਕਿ ਮੀਡੀਆ ਦਾ ਜਿਹੜਾ ਸਫ਼ਰ ਹੈ ਉਹ ਤੁਸੀਂ ਅਚਨਚੇਤ ਕਿਵੇਂ ਸ਼ੁਰੂ ਕਰ ਲਿਆ? ਉਹ ਵੀ ਆ ਕੇ ਸਿਰਫ ਤੁਸੀਂ ਕੈਨੇਡਾ ਦੇ ਵਿੱਚ ਹੀ ਇੱਕ ਨਵੀਂ ਸ਼ੁਰੂਆਤ ਕੀਤੀ ਮੇਰੇ ਖਿਆਲ ਦੇ ਮੁਤਾਬਕ, ਬਾਕੀ ਤੁਸੀਂ ਦੱਸ ਸਕਦੇ ਹੋ। ਮੀਡੀਆ ਦੇ ਵਿੱਚ ਵੀ ਮੇਰਾ ਅਚਾਨਕ ਹੀ ਆਉਣਾ ਹੋਇਆ। ਮੈਂ ਵੇਖਦੀ ਹਾਂ ਕਿ ਸ਼ਾਇਦ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਚਾਨਕ ਹੀ ਵਾਪਰਦੀਆਂ ਰਹੀਆਂ ਨੇ ਜੀ। ਅਚਾਨਕ ਹੀ ਮਾਸਟਰਸ ਇੰਗਲਿਸ਼ ਕਰ ਲੈਣੀ, ਅਚਾਨਕ ਹੀ ਸੈਸ ਮਿਸਟਰਸ ਬਣ ਜਾਣਾ, ਤੇ ਅਚਾਨਕ ਹੀ ਮੁੜ ਕੇ ਲੈਕਚਰਾਂ ਨੇ ਇੰਗਲਿਸ਼ ਬਣ ਜਾਣਾ, ਤੇ ਫਿਰ ਲਿਖਣ ਲੱਗ ਪੈਣਾ। ਤੇ ਐਸੇ ਤੇ ਚਲੋ ਮੈਂ ਕੈਨੇਡਾ ਆ ਗਈ। ਕੈਨੇਡਾ ਆ ਕੇ ਤੁਹਾਨੂੰ ਦੱਸਿਆ ਪਾਤਰ ਲੱਭਦੀ ਟਰਾਂਸਲੇਟਰ ਤੇ ਕਈ ਕੁਝ ਬਣ ਗਈ, ਤੇ ਨਾਲ ਛੋਟੀਆਂ ਮੋਟੀਆਂ ਕਹਾਣੀਆਂ, ਛੋਟੀਆਂ ਮੋਟੀਆਂ ਨੇ ਜਿਹੋ ਜਿਹਾ ਵੀ ਲਿਖਦੀ ਸੀ ਉਹ ਕਹਾਣੀਆਂ ਮੇਰੀਆਂ ਸਿੱਖ ਵਿਰਸਾ ਦੇ ਵਿੱਚ ਛਪਣ ਲੱਗ ਗਈਆਂ। ਓਕੇ। ਸਿੱਖ ਵਿਰਸਾ ਦੇ ਨਾਲ ਦੂਜੀਆਂ ਅਖਬਾਰਾਂ ਦੇ ਵਿੱਚ ਵੀ ਛਪ ਜਾਂਦੀਆਂ ਸੀਗੀਆਂ। ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਦੱਸਦੇ ਆ ਕਿ ਜਦੋਂ ਮੈਂ ਪਹਿਲੀ ਵਾਰੀ 2006 ਦੇ ਵਿੱਚ ਇੱਥੇ ਆਈ ਹਾਂ ਨਾ ਨਵਜੋਤ, ਤਾਂ ਇੱਥੇ ਆ ਕੇ ਮੈਨੂੰ ਪਤਾ ਲੱਗਾ ਕਿ ਸਿੱਖ ਵਿਰਸਾ ਦੇ ਵਿੱਚ ਇੱਕ ਮੇਰੀ ਕਹਾਣੀ ਆਲਰੇਡੀ ਛਪ ਚੁੱਕੀ ਸੀ, ਅਗਨਕੁੰਡ। ਉਹ ਅਗਨਕੁੰਡ ਕਹਾਣੀ ਜਿਹੜੀ ਹੈ ਉਹ ਉੱਥੋਂ ਦੇ ਇਸ ਵੇਲੇ ਜਿਹੜੇ ਜੇਲ੍ਹ ਦੇ ਵਿੱਚ ਰਾਮ ਰਹੀਮ ਜੀ ਨੇ ਕੁਛ ਉਹਨਾਂ ਦੇ ਕਹਿ ਲਓ ਕਿ ਕਾਰਨਾਮੇ ਜਾਂ ਉਸ ਤਰ੍ਹਾਂ ਦੀ ਵਿਅਕਤੀਆਂ ਦੇ ਨਾਲ ਸੰਬੰਧਿਤ ਸੀਗੀ। ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਸੀਂ ਮੇਰੀ ਕਹਾਣੀ ਕਿੱਥੋਂ ਲੱਭ ਕੇ ਛਾਪ ਦਿੱਤੀ, ਤੁਸੀਂ ਮੇਰੀ ਕਿਵੇਂ ਛਾਪਤੀ? ਤੇ ਉਹ ਫਿਰ ਸਰਦਾਰ ਚਰਨ ਸਿੰਘ ਕਹਿੰਦੇ ਜੀ ਇੱਥੇ ਰਾਮ ਸਰੂਪ ਬਣ ਕੇ ਆਏ ਸੀ, ਤੇ ਉਹ ਜਿਹੜਾ ਕਹਾਣੀ ਪੰਜਾਬ ਮੈਗਜ਼ੀਨ ਲੈ ਕੇ ਆਏ, ਤੇ ਉਹਦੇ ਵਿੱਚ ਇਹ ਕਹਾਣੀ ਸਾਨੂੰ ਚੰਗੀ ਲੱਗੀ ਤੇ ਮੈਂ ਛਾਪ ਦਿੱਤੀ ਅਸੀਂ। ਸੋ ਇਹ ਕਹਿ ਸਕਦੇ ਹਾਂ ਕਿ ਮੇਰੇ ਆਉਣ ਤੋਂ ਪਹਿਲਾਂ ਹੀ ਮੇਰੀ ਲੇਖਣੀ ਜਿਹੜੀ ਹੈ ਉਹ ਕੈਲਗਰੀ ਦੇ ਵਿੱਚ ਲੋਕਾਂ ਦੇ ਰੂਬਰੂ ਹੋ ਚੁੱਕੀ ਸੀ। ਤੇ ਇੰਝ ਜਦੋਂ ਮੈਂ ਆਈ ਹਾਂ ਤੇ ਫਿਰ ਹੋਰ ਮੇਰੀਆਂ ਕਹਾਣੀਆਂ ਤੇ ਹੋਰ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਛਪਣ ਲੱਗ ਗਈਆਂ। ਤਾਂ ਫਿਰ ਮੈਨੂੰ ਇਸੇ ਤਰ੍ਹਾਂ ਹੀ ਅਚਾਨਕ ਬੁਲਾ ਲਿਆ ਗਿਆ। ਰੇਡੀਓ ਸਬਰੰਗ ਵਾਲੇ ਸੀਗੇ, ਉਹਨਾਂ ਨੇ ਮੈਨੂੰ ਬੁਲਾਇਆ ਕਿ ਬਈ ਤੁਸੀਂ ਆਓ, ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ, ਵੀ ਅਸੀਂ ਤੁਹਾਨੂੰ ਟੀਵੀ ਦੇ ਉੱਪਰ ਤੁਹਾਨੂੰ ਵਿਚਾਰ ਵਟਾਂਦਰਾ ਕਰਾਂਗੇ। ਮੈਂ ਕਿਹਾ ਜੀ ਠੀਕ ਹੈ, ਮੈਂ ਪਹੁੰਚ ਜਾਂਦੀ ਹਾਂ ਜੀ। ਜਦੋਂ ਮੈਂ ਉੱਥੇ ਪਹੁੰਚੀ ਤਾਂ ਜਿਨ੍ਹਾਂ ਨੇ ਮੇਰੇ ਨਾਲ ਗੱਲ ਕੀਤੀ ਤੇ ਉਹ ਮੈਨੂੰ ਕਹਿੰਦੇ, ਗੱਲ ਸੁਣੋ, ਤੁਸੀਂ ਸਾਡੇ ਟੀਵੀ ਦੇ ਹੀ ਕੰਮ ਰੇਡੀਓ ਤੇ ਕੰਮ ਕਰਦੇ ਆ ਜਾਇਆ ਕਰੋ। ਮੈਂ ਆ ਜਾਵਾਂਗੀ। ਉਹਦੇ ਵਿੱਚ ਵੀ ਨਵਜੋਤ ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਮੇਰਾ ਸਹਾਈ ਹੋਈ ਸੀ ਉਹ ਮੇਰਾ ਟੀਚਿੰਗ ਕੈਰੀਅਰ ਸੀਗਾ। ਠੀਕ ਹੈ। ਕਿ ਬੀਇੰਗ ਅ ਟੀਚਰ, ਇੱਕ ਤਾਂ ਥੋੜਾ ਟੀਚਰ ਨੂੰ ਬੋਲਣ ਦਾ ਅਭਿਆਸ ਹੋ ਜਾਂਦਾ ਹੈ, ਤੇ ਦੂਸਰਾ ਕਿਉਂਕਿ ਮੇਰਾ ਪੜ੍ਹਨ ਦਾ ਬਹੁਤ ਜ਼ਿਆਦਾ ਰੁਝਾਨ ਸੀ, ਤੀਸਰਾ ਮੈਂ ਲੇਖਕ ਵੀ ਸੀਗੀ। ਸੋ ਇਸ ਲਈ ਮੈਨੂੰ ਟੀਵੀ ਤੇ ਆਉਣ ਦੇ ਉੱਪਰ ਕੋਈ ਬਹੁਤ ਜ਼ਿਆਦਾ ਜਾਂ ਰੇਡੀਓ ਦੇ ਉੱਪਰ ਆਉਣ ਦੇ ਵਿੱਚ ਕੋਈ ਬਹੁਤ ਜ਼ਿਆਦਾ ਦਿੱਕਤ ਨਹੀਂ ਆਈ। ਤੇ ਮੈਂ ਉਹਨਾਂ ਦੇ ਨਾਲ ਰਲ ਕੇ ਸ਼ੋਅ ਸ਼ੁਰੂ ਕਰ ਦਿੱਤਾ। ਫਿਰ ਮੈਂ ਇਕੱਲੀ ਸਬਰੰਗ ਰੇਡੀਓ ਦੇ ਉੱਪਰ ਕਾਫੀ ਸਾਲ ਜਿਹੜੇ ਆ
ਕੰਮ ਜਿਹੜਾ ਉਹ ਕਰਦੀ ਰਹੀ। ਓਕੇ, ਮੈਂ ਇਹ ਮਹਿਸੂਸ ਕਰਦੀ ਹਾਂ ਕਿ ਗੱਲਾਂ ਬਾਤਾਂ ਹਰ ਇੱਕ ਵਿਅਕਤੀ ਕਰ ਸਕਦਾ ਹੁੰਦਾ, ਹਰ ਇੱਕ ਕਰ ਸਕਦਾ ਹੁੰਦਾ। ਕੱਲ੍ਹ ਦੇ ਪ੍ਰੋਗਰਾਮ 'ਚ ਵੀ ਮੈਂ ਗੱਲ ਕਰ ਰਹੀ ਸੀ ਕਿ ਗੱਲਾਂ ਬਾਤਾਂ ਅਸੀਂ ਕਿਹੋ ਜਿਹੀਆਂ ਕਰਦੇ ਹਾਂ, ਅਸੀਂ ਗੱਲਬਾਤ ਕੀ ਕਰਦੇ ਹਾਂ, ਇਹ ਬਹੁਤ ਜ਼ਿਆਦਾ ਮੈਟਰ ਕਰਦਾ। ਸੋ ਤੁਹਾਡਾ ਜਿਹੜਾ ਗੱਲਬਾਤ ਪ੍ਰੋਗਰਾਮ ਹੈ, ਇਹਦੇ ਵਿੱਚ ਕਿਹੋ ਜਿਹੀ ਗੱਲਬਾਤ ਹੁੰਦੀ ਹੈ, ਜੇ ਇਹ ਵੀ ਤੁਸੀਂ ਜ਼ਿਕਰ ਕਰ ਸਕੋ ਤਾਂ। ਜੀ, ਇਹਦੇ 'ਚ ਹੁਣ ਜਿਵੇਂ ਟੀਵੀ, ਪੰਜਾਬੀ ਨੈਸ਼ਨਲ ਟੀਵੀ ਦੇ ਉੱਪਰ ਆਉਣਾ, ਤੇ ਦੂਸਰਾ ਮੇਰਾ ਸਬਰੰਗ ਰੇਡੀਓ ਤੋਂ ਬਾਅਦ ਰੇਡੀਓ ਸੁਰ ਸੰਗਮ ਦੇ ਉੱਪਰ ਆਉਣਾ, ਇਹ ਵੀ ਇੱਕ ਕਹਿ ਲਓ ਅਚਾਨਕ ਹੈ ਕਿ ਕਰੋਨਾ ਦੇ ਵਿੱਚ ਸਾਰਾ ਕੁਝ ਬੰਦ ਹੋ ਗਿਆ ਤੇ ਮੈਂ ਰੇਡੀਓ ਵੀ ਬੰਦ ਕਰਤਾ। ਉਸ ਤੋਂ ਪਹਿਲਾਂ ਵੀ ਅੱਖਾਂ ਦਾ ਆਪਰੇਸ਼ਨ ਕਰਾਇਆ ਸੀ, ਉਸ ਮੈਂ ਬੰਦ ਕਰ ਦਿੱਤਾ ਸਬਰੰਗ ਦੇ ਨਾਲ। ਤਾਂ ਕਰੋਨਾ ਤੋਂ ਬਾਅਦ ਕਹਿ ਲਓ ਕਿ ਸਾਲ ਲੰਘਿਆ, 1.5 ਸਾਲ ਲੰਘਿਆ, ਤੇ ਮੈਨੂੰ ਅਚਾਨਕ ਸੁਖਬੀਰ ਗਰੇਵਾਲ ਹੁਣਾਂ ਦਾ ਫੋਨ ਆ ਗਿਆ, ਕਹਿੰਦੇ ਕੀ ਕਰਦੇ ਹੁੰਦੇ ਹੋ ਅੱਜ ਕੱਲ੍ਹ? ਮੈਂ ਕਿਹਾ ਵੀ ਘਰੇ ਹੋਈਦਾ, ਹੁਣ ਤਾਂ ਸਾਰਿਆਂ ਨੂੰ ਕਰੋਨਾ ਦਾ ਅੰਦਰ ਵਾੜਿਆ ਹੋਇਆ ਲਗਭਗ, ਤੇ ਕਹਿੰਦੇ ਤੁਸੀਂ ਸਾਡੇ ਨਾਲ ਰੇਡੀਓ ਤੇ ਆ ਜਾਓ। ਅੱਛਾ। ਮੈਂ ਕਿਹਾ ਵੀ ਆ ਜਾਂਦੀ ਆ, ਪਰ ਮੈਂ ਕਿਹਾ ਵੀ ਹੁਣ ਮੈਂ ਸੋਚਿਆ ਸੀ ਵੀ ਚੱਲ ਛੱਡ ਪਰਾਂ, ਹੋਰ ਤੁਹਾਡੇ ਲਿਖਣੇ ਦੇ ਕਈ ਕੰਮ ਜਿਹੜੇ ਨੇ ਪਿੱਛੇ ਪੈ ਜਾਂਦੇ ਆ। ਠੀਕ ਹੈ। ਪਰ ਚਲੋ ਉਹਨਾਂ ਨੇ ਕਿਹਾ ਤੇ ਮੈਂ ਕਿਹਾ ਵੀ ਠੀਕ ਹੈ, ਆ ਜਾਂਦੀ ਆ, ਕੋਈ ਮੇਰੇ ਲਈ ਕੋਈ ਬਹੁਤਾ ਨਵੀਂ ਚੀਜ਼ ਤਾਂ ਹੈ ਨੀ ਗੀ। ਸੋ ਮੈਂ ਹੁਣ ਇਸ ਵੇਲੇ ਰੇਡੀਓ ਸੁਰ ਸੰਗਮ ਦੇ ਉੱਪਰ ਪ੍ਰੋਗਰਾਮ ਸੁਰਖੀਆਂ ਦੇ ਆਰ ਪਾਰ ਕਰਦੀ ਆ, ਤੇ ਟੀਵੀ ਦੇ ਉੱਪਰ ਮੈਂ ਗੱਲਬਾਤ ਪ੍ਰੋਗਰਾਮ ਕਰਦੀ ਆ। ਨਵਜੋਤ, ਜਦੋਂ ਮੈਂ ਗੱਲਬਾਤ ਪ੍ਰੋਗਰਾਮ ਕਰਨ ਦਾ ਮਨ ਦੇ ਵਿੱਚ ਬਣਾਇਆ ਸੀਗਾ ਪਲਾਨ, ਤਾਂ ਮੈਂ ਸੋਚਿਆ ਸੀਗਾ ਕਿ ਮੇਰਾ ਪ੍ਰੋਗਰਾਮ ਜਿਹੜਾ ਉਹ ਮੇਰੀ ਕਮਿਊਨਿਟੀ ਲਈ ਅਵੇਅਰਨੈਸ ਦਾ ਪ੍ਰੋਗਰਾਮ ਹੀ ਹੋਵੇਗਾ। ਠੀਕ ਹੈ। ਕਿਉਂਕਿ ਮੇਰੀਆਂ ਲੇਖਣੀਆਂ ਵੀ ਜਿਹੜੀਆਂ ਨੇ ਨਾ, ਲਿਖਤਾਂ ਵੀ ਨੇ, ਉਹ ਵੀ ਮੇਰੀਆਂ ਅਵੇਅਰਨੈਸ ਦੇ ਨਾਲ ਹੀ ਰਿਲੇਟਡ ਨੇ। ਮੈਂ ਇੱਥੇ ਆ ਕੇ ਇੱਕ ਨੋਵਲ ਲਿਖਿਆ, ਜਗਦੇ ਬੁਝਦੇ ਜੁਗਨੂ। ਅੱਛਾ। ਉਹ ਜਿਹੜਾ ਜਗਦੇ ਬੁਝਦੇ ਜੁਗਨੂ ਆ, ਉਹ ਇੱਥੇ ਵਾਪਰਨ ਵਾਲੀਆਂ ਜਿਹੜੀਆਂ ਡੋਮੈਸਟਿਕ ਵਾਇਲੈਂਸ ਦੀਆਂ ਘਟਨਾਵਾਂ ਨੇ, ਮੈਂ ਉਹਨਾਂ ਨੂੰ ਹੀ ਕਹ ਲਓ ਕਿ ਵੱਖ-ਵੱਖ ਕਾਂਡਾਂ ਦੇ ਵਿੱਚ ਪਰੋ ਕੇ ਤੇ ਜਗਦੇ ਬੁਝਦੇ ਜੁਗਨੂ ਨੋਵਲ ਜਿਹੜਾ ਲਿਖਿਆ, ਤੇ ਇਸੇ ਨੋਵਲ ਨੂੰ ਮੈਂ ਬਾਅਦ ਦੇ ਵਿੱਚ ਇੰਗਲਿਸ਼ ਦੇ ਵਿੱਚ ਆਪੇ ਟਰਾਂਸਲੇਟ ਕੀਤਾ ਸੀਗਾ, ਬਲਿੰਕਿੰਗ ਫਾਇਰਫਲਾਈਜ਼, ਕਿਉਂਕਿ ਇਹ ਜਗਦੇ ਬੁਝਦੇ ਜੁਗਨੂ ਲੋਕਾਂ ਨੂੰ ਚੰਗਾ ਲੱਗਾ ਸੀਗਾ। ਤੇ ਫਿਰ ਮੈਂ ਸੋਚਿਆ ਕਿ ਦੂਜੀਆਂ ਕਮਿਊਨਿਟੀਜ਼ ਜਿਹੜੀਆਂ ਨੇ ਉਹ ਵੀ ਪੜ੍ਹ ਸਕਣ। ਸੋ ਇੰਗਲਿਸ਼ ਦੇ ਵਿੱਚ ਟਰਾਂਸਲੇਟ ਵੀ ਤੁਸੀਂ ਆਪੇ ਕੀਤਾ ਉਹਨੂੰ? ਬਿਲਕੁਲ। ਇਹ ਦੇਖੋ, ਬਲਿੰਕਿੰਗ ਫਾਇਰਫਲਾਈਜ਼ ਹੈ, ਇਹਨੂੰ ਮੈਂ ਆਪ ਹੀ ਟਰਾਂਸਲੇਟ ਕੀਤਾ। ਜਗਦੇ ਬੁਝਦੇ ਜੁਗਨੂ, ਬਲਿੰਕਿੰਗ ਫਾਇਰਫਲਾਈਜ਼। ਸੋ ਮੇਰੀ ਸਾਇੰਸ ਦੀ ਪੜ੍ਹਾਈ, ਮੇਰੀ ਇੰਗਲਿਸ਼ ਦੀ ਪੜ੍ਹਾਈ ਜਿਹੜੀ ਹੈ ਨਾ, ਇਹ ਮੈਂ ਸਿਰਫ ਵਿਦਿਆਰਥੀਆਂ ਨੂੰ ਨਹੀਂ ਪੜ੍ਹਾਇਆ, ਇਹਨੇ ਮੇਰਾ ਲਿਟਰੇਚਰ ਦੇ ਵਿੱਚ, ਸਾਹਿਤਕ ਖੇਤਰ ਦੇ ਵਿੱਚ ਵੀ ਇਹਦਾ ਬਹੁਤ ਵੱਡਾ ਮੈਨੂੰ ਫਾਇਦਾ ਹੋਇਆ। ਮੈਨੂੰ ਬੜਾ ਤਗੜਾ ਇਹਦਾ ਯੋਗਦਾਨ ਹੈ। ਹੁਣ ਜਿਵੇਂ ਮੇਰਾ ਜਿਹੜਾ ਸਾਇੰਸ ਦਾ ਫਿਕਸ਼ਨ ਹੈ, ਮਿਸ਼ਨ ਰੈੱਡ ਸਟਾਰ ਜਿਹੜਾ ਨੋਵਲ ਹੈ, ਇਹ ਵੀ ਮੈਂ ਉਦੋਂ ਹੀ ਨਹੀਂ ਰੱਖ ਦਿੱਤੀ ਸੀ ਜਦੋਂ ਚੰਦਰਯਾਨ ਤਿਸ਼ਕਨ ਛਪਿਆ ਸੀਗਾ, ਕਿਉਂਕਿ ਉਦੋਂ ਹੀ ਕਾਫੀ ਸਾਰੇ ਰੋਵਰਸ ਜਿਹੜੇ ਨੇ, ਡੈਸਟਨੀ ਐਂਡ ਇਸ ਤਰ੍ਹਾਂ ਦੇ ਰੋਵਰਸ ਜਿਹੜੇ ਨੇ, ਉਹ ਮੰਗਲ ਗ੍ਰਹਿ ਤੇ ਪਹੁੰਚਣੇ ਸ਼ੁਰੂ ਹੋ ਗਏ ਸੀਗੇ। ਤੇ ਮੈਂ ਫਿਰ ਉਹਦਾ ਪੈੜ ਨੱਪਦੀ ਰਹੀ, ਥੋੜਾ ਰਿਸਰਚ ਕਰਦੀ ਰਹੀ ਨਾਲ, ਤੇ ਮਿਸ਼ਨ ਰੈੱਡ ਸਟਾਰ ਨਾਵਲ ਜਿਹੜਾ ਪੂਰਾ ਕੀਤਾ। ਤੇ ਹੁਣ ਮੈਂ ਇਸ ਨਾਵਲ ਨੂੰ ਵੀ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕਰ ਰਹੀ ਹਾਂ, ਮਿਸ਼ਨ ਰੈੱਡ ਸਟਾਰ। ਵਾਹ, ਅਸੀਂ ਸ਼ੁਭ ਇੱਛਾਵਾਂ ਤੁਹਾਨੂੰ ਦਿੰਦੇ ਹਾਂ। ਬਾਕੀ ਜਿਹੜੀ ਅੱਜ ਗੱਲਬਾਤ ਕੀਤੀ ਹੈ, ਤੇ ਮੈਂ ਜਾਂਦੀ ਇੱਕ ਗੱਲ ਜ਼ਰੂਰ, ਜਿਹੜੀ ਵੀ ਔਰਤ ਇਸ ਪ੍ਰੋਗਰਾਮ ਦਾ ਹਿੱਸਾ ਬਣਦੀ ਹੈ, ਖਾਸ ਕਰਕੇ ਜੇ ਉਹ ਲੇਖਕ ਹੋਵੇ, ਤਾਂ ਮੈਂ ਜ਼ਰੂਰ ਗੱਲ ਕਰਨਾ ਚਾਹੁੰਦੀ ਹੁੰਦੀ ਹਾਂ ਕਿ ਔਰਤ ਹੋਣ ਦੇ ਨਾਤੇ ਜੇ ਕੋਈ ਤੁਸੀਂ ਖਾਸ ਕਿਸਮ ਦੇ ਚੈਲੰਜਸ ਮਹਿਸੂਸ ਕੀਤੇ ਹੋਣ, ਚਾਹੇ ਉਹ ਰਾਈਟਿੰਗ ਦਾ ਫੀਲਡ ਹੈ ਜਾਂ ਟੀਚਿੰਗ ਦਾ ਫੀਲਡ ਹੈ, ਹੁਣ ਤੁਸੀਂ ਲੇਟੈਸਟ ਮੀਡੀਆ ਦੇ ਫੀਲਡ ਦੇ ਨਾਲ ਵੀ ਜੁੜੇ ਹੋਏ ਹੋ, ਕਦੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਮਹਿਸੂਸ ਕੀਤੀ ਹੈ? ਜੀ, ਟੀਚਿੰਗ ਦੇ ਫੀਲਡ ਦੇ ਵਿੱਚ ਹੁੰਦਿਆਂ ਹੋਇਆ ਬਹੁਤ ਜ਼ਿਆਦਾ ਮਹਿਸੂਸ ਕੀਤਾ ਸੀਗਾ ਕਿ ਇੰਡੀਆ ਦੇ ਵਿੱਚ ਜਿਹੜੇ ਸਾਡੀਆਂ ਟੀਚਰਸ ਦੇ ਹੁੰਦੀਆਂ ਨੇ, ਲੇਡੀਜ਼ ਟੀਚਰਸ ਹੁੰਦੀਆਂ ਨੇ, ਖਾਸ ਤੌਰ ਤੇ ਉਹਨਾਂ ਨੂੰ ਐਕਸਪਲੋਇਟ ਕਰਨ ਦਾ ਸਕੂਲ ਦੇ ਵਿੱਚ ਹੀ ਉਹਨਾਂ ਦੇ ਕਹ ਲਓ ਕਿ ਮੁਖੀਆਂ ਵੱਲੋਂ ਜਾਂ ਕਈ ਹੋਰ ਅਧਿਆਪਕ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਉਹਨਾਂ ਨੂੰ ਐਕਸਪਲੋਇਟ ਕਰਨ ਦਾ ਯਤਨ ਕੀਤਾ ਜਾਂਦਾ। ਸਾਰੇ ਨਹੀਂ ਹੁੰਦੇ, ਮੈਂ ਕਹਿੰਦੀ ਹਾਂ। ਕਿਸ ਤਰ੍ਹਾਂ ਦੀ ਐਕਸਪਲੋਇਟੇਸ਼ਨ? ਕਿਸ ਤਰ੍ਹਾਂ ਦੀ? ਹੁਣ ਮੈਂ ਤੁਹਾਨੂੰ ਕੀ ਦੱਸਾਂ, ਕਹਾਣੀਆਂ ਬਹੁਤ ਲੰਬੀਆਂ ਨੇ, ਬਹੁਤ ਜ਼ਿਆਦਾ ਲੰਬੀਆਂ ਹੋ ਜਾਣੀਆਂ, ਕਿ ਇਹੋ ਜਿਹੇ ਵੀ ਕਮੈਂਟ ਦੇਣਾ, ਚਲੋ ਮੈਂ ਦੇ ਹੀ ਦਿੰਦੀ ਹਾਂ। ਕਿਹੜੀ ਜਨਾਨੀ ਜਿਹਨੂੰ ਮੈਂ ਆਪਣੇ ਸਕੂਟਰ ਦੇ ਪਿੱਛੇ ਨਹੀਂ ਬਿਠਾ ਸਕਦਾ? ਅੱਛਾ। ਤੇ ਫਿਰ ਅਸੀਂ ਤਾਂ ਫਿਰ ਖੜੇ ਹੋਣਾ ਹੀ ਹੋਇਆ ਨਾ, ਫਿਰ ਸਾਨੂੰ ਬਿਠਾ ਕੇ, ਠੀਕ ਹੈ ਨਾ। ਸੋ ਇਹ ਤਾਂ ਮੈਂ ਜਸਟ ਇੱਕ ਚੰਦ ਐਗਜ਼ਾਮਪਲ ਦਿੱਤੀ ਹੈ। ਜਾਂ ਸਕੂਲ ਦੇ ਵਿੱਚ ਬਹੁਤ ਜਿਹੜੀਆਂ ਯੰਗ ਗਰਲਸ ਆਉਂਦੀਆਂ ਨੇ, ਬਹੁਤ ਕੋਈ ਸੋਹਣੀ ਖੂਬਸੂਰਤ ਲੜਕੀ ਆ ਗਈ ਜਾਂ ਕੁਛ ਯੰਗ ਆ ਗਈ, ਟੀਚਰ ਦੇ ਤੌਰ ਤੇ, ਕਲਰਕ ਦੇ ਤੌਰ ਤੇ, ਤਾਂ ਫਿਰ ਉਹਨਾਂ ਦੇ ਨਾਲ ਕੁਛ ਨਾ ਕੁਛ ਗੜਬੜ ਜਿਹੜੀ ਹੋਣ ਦੀ ਸੰਭਾਵਨਾ ਹੁੰਦੀ ਹੈ। ਸੰਭਾਵਨਾ ਹੁੰਦੀ ਨਹੀਂ, ਬਲਕਿ ਮੈਂ ਆਪ ਆਪਣੇ ਅੱਖੀ ਵੇਖੀ, ਤੇ ਅਸੀਂ ਉਹਨੂੰ ਨਜਿੱਠਿਆ ਵੀ, ਤੇ ਅਸੀਂ ਡਟ ਕੇ ਖੜੇ ਵੀ ਹੋਏ, ਪੂਰੀਆਂ ਲੇਡੀਜ਼ ਸਾਡੀਆਂ ਜਿਹੜੀਆਂ ਸੀਗੀਆਂ ਸਾਰੀਆਂ, ਤੇ ਅਸੀਂ ਉਹਦਾ ਮੁਕਾਬਲਾ ਵੀ ਕੀਤਾ। ਪੂਰਾ ਮੈਂ ਕਿਹਾ ਵੀ ਨਹੀਂ, ਅਸੀਂ ਇਹ ਨਹੀਂ ਹੈਗਾ ਕਿ ਅਸੀਂ ਕੋਈ ਗਲੀਆਂ ਦੇ ਕੱਖ ਨਹੀਂ ਹੈਗੇ। ਤੁਸੀਂ ਮਤ ਸੋਚੋ ਕਿ ਜੇ ਲੇਡੀਜ਼ ਨੌਕਰੀ ਕਰਨ ਆ ਰਹੀਆਂ ਨੇ ਤਾਂ ਉਹ ਸਿਰਫ ਪੈਸਿਆਂ ਲਈ ਆ ਰਹੀਆਂ,
ਮੈਂ ਕਿਹਾ ਜੀ ਸਾਡੇ ਘਰ ਦੇ ਸਾਨੂੰ ਰੋਟੀ ਖਵਾ ਸਕਦੇ ਆ, ਜੀ ਅਸੀਂ ਤਾਂ ਆਪਣੇ ਸੈਲਫ ਕਹ ਲੋ ਕਿ ਆਪਣੀ ਸੈਲਫ ਵਾਸਤੇ ਆਏ, ਕਿ ਇੰਡੀਪੈਂਡੈਂਸ ਵਾਸਤੇ ਆਏ ਆ, ਇਹ ਕਿ ਅਸੀਂ ਤੁਹਾਡੇ ਕੋਲ ਇਸ ਕਰਕੇ ਨਹੀਂ ਆਏ ਕਿ ਵੀ ਪੈਸੇ ਲੈ ਆਏ। ਤੇ ਸੋ ਇਹ ਨਾ ਸੋਚੋ। ਤੇ ਉਹਦੇ ਲਈ ਸਾਨੂੰ ਬੜੀ ਤਗੜਾ ਸੰਘਰਸ਼ ਮੈਂ ਕੀਤਾ ਹੈ। ਕਦੇ ਮੌਕਾ ਮਿਲੇ ਤਾਂ ਫਿਰ ਤੁਹਾਡੇ ਨਾਲ ਸਾਂਝ ਪਾਵਾਂਗੇ। ਉੱਥੇ ਮੈਂ ਖੈਰ ਇਸ ਚੀਜ਼ ਦਾ ਮੈਂ ਵੇਖਿਆ ਕਿ ਉੱਥੇ ਸਾਡੇ ਹਰ ਇੱਕ ਵਿਭਾਗ ਦੇ ਵਿੱਚ ਹੀ ਐਕਸਪਲੋਇਟੇਸ਼ਨ ਜਿਹੜੀ ਆ ਔਰਤਾਂ ਦੇ ਨਾਲ ਹੁੰਦੀ ਹੈ। ਇਹ ਕੋਈ ਲੁਕੀ ਛਿਪੀ ਗੱਲ ਨਹੀਂ ਹੈ। ਪਰ ਜਦੋਂ ਮੈਂ ਕੈਨੇਡਾ ਦੇ ਵਿੱਚ ਇੱਥੇ ਆਈ ਹਾਂ ਤਾਂ ਮੈਨੂੰ ਨਹੀਂ ਲੱਗਾ ਕਿ ਮੇਰੇ ਨਾਲ ਕੋਈ ਮੀਡੀਆ ਦੇ ਖੇਤਰ ਵਿੱਚ ਕੁਝ ਹੋਇਆ ਹੋਵੇ ਜਾਂ ਬੀਇੰਗ ਲੇਖਕ ਇਹੋ ਜਿਹੀ ਕੋਈ ਗੱਲ ਜਿਹੜੀ ਆ ਵਾਪਰੀ ਹੋਵੇ। ਇੱਥੇ ਆ ਕੇ ਜਿਹੜੀ ਮੈਂ ਜਿਹੜੀ ਡਿਸਕ੍ਰਿਮੀਨੇਸ਼ਨ ਲਫ਼ਜ਼ ਜਿਹੜਾ ਹੈ ਉਹਨੂੰ ਮੈਂ ਬੜਾ ਚੰਗੀ ਤਰ੍ਹਾਂ ਸਮਝਿਆ ਵੀ ਤੇ ਵੇਖਿਆ ਵੀ ਤੇ ਵਾਚਿਆ ਵੀ। ਜਿੱਥੋਂ ਤੱਕ ਘਰ ਦੇ ਵਿੱਚ ਮੈਂ ਵੇਖਿਆ ਕਿ ਬੀਇੰਗ ਵਿਮਨ ਮੈਨੂੰ ਕੋਈ ਚੈਲੰਜ ਆਇਆ ਹੋਵੇ ਤੇ ਮੈਂ ਵੀ ਨਹੀਂ ਆ ਕਿ ਇੱਕ ਵਿਮਨ ਜਿਹੜੀ ਹੁੰਦੀ ਹੈ ਨਾ ਉਹਦੇ ਸ਼ੁਰੂ ਚ ਤੁਸੀਂ ਦੱਸਿਆ ਸੀਗਾ ਕਿ ਬੜੇ ਰੋਲ ਹੁੰਦੇ ਆ ਹਨਾ। ਤੇ ਜਦੋਂ ਮੈਂ ਹੁਣ ਆਪਣੇ ਘਰ ਚ ਆ ਗਈ ਹਾਂ ਤੇ ਮੇਰੇ ਬੱਚੇ ਛੋਟੇ ਨੇ ਤੇ ਮੈਂ ਹੁਣ ਮਹਿਸੂਸ ਕਰਦੀ ਹੁੰਦੀ ਆ ਕਿ ਲਿਖਣ ਦੀ ਜਿਹੜੀ ਲਲਕ ਸੀ ਉਹ ਮੇਰੇ ਮਨ ਚ ਤਾਂ ਸੀਗੀ, ਪਰ ਮੈਂ ਲਿਖਿਆ ਨਹੀਂ ਕਿਉਂਕਿ ਜ਼ਿੰਮੇਵਾਰੀਆਂ ਆਉਂਦੀਆਂ ਸੀ। ਠੀਕ ਹੈ, ਜੌਬ ਵੀ ਕਰਨੀ ਹੈ, ਬੱਚਿਆਂ ਨੂੰ ਸੰਭਾਲਣਾ ਹੈ, ਘਰ ਦੇ ਵੀ ਕੰਮ ਨੇ। ਤਾਂ ਜਦੋਂ ਤੱਕ ਉਹਨਾਂ ਤੋਂ ਵਿਹਲੀ ਹੋਈ ਤੇ ਫਿਰ ਮੈਂ ਸੋਚਿਆ ਕਿ ਨਹੀਂ, ਮੈਂ ਜਿਵੇਂ ਜੰਮੀ ਉਵੇਂ ਮਰਾਂਗੀ ਨਹੀਂ, ਮੈਂ ਕੁਛ ਨਾ ਕੁਛ ਕਰਾਂਗੀ। ਮੈਂ ਲਿਖਣ ਲੱਗ ਗਈ। ਪਰ ਇਹ ਗੱਲ ਵੀ ਪੱਕੀ ਹੈ ਕਿ ਮੈਂ ਆਪਣੀ ਲੇਖਣੀ ਜਿਹੜੀ ਹੈ ਉਹਦੇ ਕਰਕੇ ਘਰ ਦੇ ਕਿਸੇ ਕੰਮ ਨੂੰ ਵਿਸਾਰਿਆ ਨਹੀਂ। ਮੈਨੂੰ ਕਈ ਵਾਰ ਪੁੱਛਦੇ ਹੁੰਦੇ ਆ ਤੁਸੀਂ ਕਦੋਂ ਲਿਖਦੇ ਹੋ, ਕਿਵੇਂ ਸਮਾਂ ਕੱਢਦੇ ਹੋ? ਮੈਂ ਕਿਹਾ ਮੈਂ ਆਪਣੀ ਨੀਂਦ ਘਟਾ ਲੈਂਦੀ ਹਾਂ ਜਦੋਂ ਮੈਂ ਲਿਖਣਾ ਹੁੰਦਾ। ਅੱਛਾ, ਬਸ ਨੀਂਦ ਘਟਾਉਣੀ ਆ, ਬਾਕੀ ਕਿਸੇ ਵੀ ਚੀਜ਼ ਦੇ ਨਾਲ ਮੈਂ ਕੋਈ ਕੰਪਰੋਮਾਈਜ਼ ਜਿਹੜਾ ਉਹ ਨਹੀਂ ਕਰਦੀ। ਤੇ ਬਸ ਰਾਤ ਸੌਣਾ ਘੱਟ ਹੁੰਦਾ ਹੈ, ਸੌ ਘੱਟ ਲਿਆ, ਘੱਟ ਘੰਟੇ ਸੌ ਲਿਆ, ਲਿਖ ਲਿਆ, ਟਾਈਪ ਕਰ ਲਿਆ। ਕੁਰਬਾਨੀ ਤਾਂ ਆਪਣੀ ਦੇਣੀ ਪਈ ਨਾ, ਆਪਣੀ ਦੇਣੀ ਪਈ। ਕੋਈ ਵੇਖੋ ਵੈਸੇ ਵੀ ਹੈ ਨਾ, ਕੋਈ ਹਿੱਸਾ ਤਾਂ ਆਪਣਾ ਕੱਟ ਕੇ ਤੁਸੀਂ ਘਟਾਇਆ ਹੈ ਨਾ। ਬਿਲਕੁਲ ਕੱਟ ਕੇ। ਇਹ ਤਾਂ ਹੋ ਨਹੀਂ ਸਕਦਾ। ਮੇਰੇ ਹਸਬੈਂਡ ਨੇ ਜਿਵੇਂ ਮੈਂ ਲਿਖਣਾ ਹੈ ਉਹ ਮੇਰੀ ਕੀ ਹੈਲਪ ਕਰ ਸਕਦੇ? ਬੜੀ ਗੱਲ, ਚਾਹ ਦਾ ਕੱਪ ਦੇ ਦੇਣਗੇ ਕਿਤੇ, ਪਰ ਮੈਂ ਨਹੀਂ ਐਕਸਪੈਕਟ ਕਰਦੀ। ਮੈਨੂੰ ਹੁੰਦਾ ਕਿ ਇਹ ਮੇਰੀ ਹੈ, ਮੇਰਾ ਆਪਣਾ ਕੰਮ ਹੈ ਤੇ ਮੈਂ ਹੀ ਕਰਨਾ। ਇਹਦੇ ਲਈ ਕੋਈ ਇਹ ਨਹੀਂ ਹੈਗਾ ਕਿ ਕੋਈ ਕਿਸੇ ਤੇ ਆਸਾਨ ਹੈ। ਇੱਕ ਮੇਰੀ ਕ੍ਰੀਏਟਿਵਿਟੀ ਹੈ ਜਿਹਨੂੰ ਮੈਂ ਉੱਪਰ ਚੜ੍ਹਨਾ। ਸੋ ਕੋਈ ਮਦਦ ਵਾਲੀ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਜਿਹੜਾ ਤੁਹਾਡੀ ਲੇਖਣੀ ਦੇ ਵਿੱਚ ਕੋਈ ਮਦਦ ਕਰ ਸਕਦਾ। ਗੁਰਚਰਨ ਜੀ, ਅਖੀਰ ਵਿੱਚ ਸਾਡੇ ਸੁਣਨ ਵਾਲਿਆਂ ਦੇ ਲਈ, ਖਾਸ ਕਰਕੇ ਔਰਤਾਂ ਦੇ ਲਈ, ਮੈਂ ਚਾਹੁੰਦੀ ਹੁੰਦੀ ਹਾਂ ਕਿ ਜਿਹੜੀ ਵੀ ਔਰਤ ਅਗਾਂਹ ਵਧੂ ਹੈ ਉਹ ਕੋਈ ਨਾ ਕੋਈ ਗੱਲਬਾਤ ਜ਼ਰੂਰ ਕਹਿ ਕੇ ਜਾਵੇ ਜਿਹੜੀ ਉਹਨਾਂ ਦੇ ਗੱਲ ਉਹ ਕੰਮ ਆ ਸਕੇ। ਜੀ ਬਿਲਕੁਲ, ਮੈਂ ਇਹ ਕਹਾਂਗੀ ਕਿ ਔਰਤ ਜਿਹੜੀ ਹੈ ਨਾ ਉਹ ਸਿਰਫ ਔਰਤ ਬਣ ਕੇ ਨਾ ਰਵੇ, ਇੱਕ ਵਿਅਕਤੀ ਬਣ ਕੇ ਰਵੇ। ਬਿਊਟੀਫੁਲ। ਕਈ ਵਾਰੀ ਔਰਤ ਬਣਦਿਆਂ ਅਸੀਂ ਕਿੰਨਾ ਹੀ ਕੁਛ ਜਿਹੜਾ ਨਾ ਉਹ ਆਪਣੇ ਨਾਲੋਂ ਲਾਹ ਲੈਂਦੇ ਆ। ਜਦੋਂ ਅਸੀਂ ਵਿਅਕਤੀ ਬਣਦੇ ਹਾਂ ਤੇ ਫਿਰ ਅਸੀਂ ਉਹ ਸਾਰਾ ਕੁਝ ਸਾਡੇ ਨਾਲ ਹੀ ਜੁੜਿਆ ਰਹਿੰਦਾ। ਸੋ ਔਰਤ ਵੀ ਇੱਕ ਵਿਅਕਤੀ ਹੈ, ਇੱਕ ਹਿਊਮਨ ਬੀਇੰਗ ਹੈ। ਉਹ ਹਿਊਮਨ ਬੀਇੰਗ ਵਾਂਗੀ ਜੀਵੇ, ਨਹੀਂ ਤਾਂ ਕਿਤੇ ਡਿਸਕ੍ਰਿਮੀਨੇਸ਼ਨ ਦਾ ਸਵਾਲ ਆ ਜੂ, ਕਿਤੇ ਕੁਛ ਆ ਜਾਏਗਾ, ਕਿਤੇ ਕੁਛ ਘਾਟਾ ਰਹਿ ਗਿਆ, ਕਿਤੇ ਵਾਧਾ ਰਹਿ ਗਈਆਂ। ਇਹਨਾਂ ਸਾਰੀਆਂ ਨੂੰ ਛੱਡ ਕੇ ਆਪਾਂ ਇਸ ਚੀਜ਼ ਨੂੰ ਸਮਝੀਏ ਕਿ ਅਸੀਂ ਇੱਕ ਔਰਤ ਜਿਹੜੀ ਉਹ ਵੀ ਇੱਕ ਹਿਊਮਨ ਬੀਇੰਗ ਹੈ। ਸੋ ਅਸੀਂ ਵੀ ਉਹਨਾਂ ਦੇ ਵਿੱਚੋਂ ਇੱਕ ਹੈਗੇ। ਗੁਰਚਰਨ ਸਿੰਘ ਜੀ, ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਚੰਗਾ ਲੱਗਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਕੱਢਣ ਲਈ। ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਰੇਡੀਓ ਸ਼ੇਰੇ ਪੰਜਾਬ AM 600 ਕਿ ਤੁਸੀਂ ਮੈਨੂੰ ਨਵਜੋਤ ਬੁਲਾਇਆ। ਥੈਂਕ ਯੂ ਵੈਰੀ ਮਚ। ਮਿਲਦੇ ਰਹਾਂਗੇ। ਯੂ ਵੈਲਕਮ।